ਕਿਸਾਨਾਂ ਦੀ ਖੇਤੀ ਵਿੱਚ ਸਫਲਤਾ ਸਾਡੇ ਲਈ ਹਮੇਸ਼ਾ ਹੀ ਚਾਨਣ ਮੁਨਾਰਾ ਹੁੰਦੀ ਹੈ। ਸਾਡੇ ਆਲੇ ਦੁਆਲੇ ਅਜਿਹੇ ਕਿਸਾਨ ਮੌਜੂਦ ਹੁੰਦੇ ਨੇ ਜਿਨ੍ਹਾਂ ਨੇ ਖੇਤੀਬਾੜੀ ਦੀਆਂ ਤਕਨੀਕਾਂ ਨੂੰ ਅਪਣਾਉਂਦੇ ਹੋਏ ਕਾਮਯਾਬੀ ਹਾਸਲ ਕੀਤੀ ਹੁੰਦੀ ਹੈ। ਇਸੇ ਸੋਚ ਨੂੰ ਮੁੱਖ ਰੱਖਦੇ ਹੋਏ ਅੱਜ ਤੁਹਾਡੇ ਰੂਬਰੂ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਬੁਰਜ ਦੇਵਾ ਸਿੰਘ ਦੇ ਅਗਾਂਹਵਧੂ ਕਿਸਾਨ ਸਰਦਾਰ ਗੁਰਬਚਨ ਸਿੰਘ ਨੂੰ ਕਰ ਰਹੇ ਹਾਂ। ਅਜਿਹੇ ਰਾਹ ਦੇ ਸਿਰਾ ਕਿਸਾਨਾਂ ਵੱਲੋਂ ਜਗਾਈ ਜਾਂਦੀ ਕਾਮਯਾਬੀ ਦੀ ਜੋਤ ਰਾਹੀਂ ਦੂਜੇ ਕਿਸਾਨਾਂ ਦੀ ਸਫਲਤਾ ਦੀ ਲੌ ਨੂੰ ਰੁਸ਼ਨਾਇਆ ਜਾ ਸਕਦਾ ਹੈ। ਸਰਦਾਰ ਗੁਰਬਚਨ ਸਿੰਘ ਦੀ ਅਗਾਂਹਵਧੂ ਸੋਚ ਦਾ ਜ਼ਿਕਰ ਸਾਡੇ ਸਤਿਕਾਰਯੋਗ ਪ੍ਰਧਾਨ ਮੰਤਰੀ श्री नरेंद्र मोदी जी ने मन की बात विच किया है। कुछ दिन पहले मैं पंजाब के किसान भाई गुरबचन सिंह जी के बारे में पढ़ रहा था। एक सामान्य और परिश्रमी किसान गुरबचन सिंह जी के बेटे का विवाह था। इस विवाह से पहले गुरबचन जी ने दुल्हन के माता पिता से कहा था कि हम शादी सादगी से करेंगे, बारात हो और चीजें हो, खर्चा कोई ज्यादा करने की जरूरत नहीं है, हमें इसे एक बहुत सादा अवसर ही रखना है। फिर अचानक उन्होंने कहा, लेकिन मेरी एक शर्त है। गुरबचन जी ने उनसे कहा कि आप मुझे वचन दीजिए कि अब आप खेत में पराली नहीं जलाएंगे। आप कल्पना कर सकते हैं कितनी बड़ी सामाजिक ताकत है इसमें। गुरबचन सिंह जी की ये बात लगती तो बहुत मामूली है, लेकिन ये बताती है कि उनका व्यक्तित्व कितना विशाल है। और हमने देखा है कि हमारे समाज में ऐसे बहुत परिवार होते हैं जो व्यक्तिगत प्रसंग को समाज हित के प्रसंग में परिवर्तित करते हैं। श्रीमान गुरबचन सिंह जी के परिवार ने वैसी एक मिसाल हमारे सामने दी है। 40 एकड़ ਜ਼ਮੀਨ ਦੇ ਵਿੱਚ ਮੈਂ ਖੇਤੀ ਕਰਦਾ ਹੋਇਆ। ਮੁੱਖ ਧੰਦਾ ਮੇਰਾ ਡੇਅਰੀ ਵਿਭਾਗ ਹੈ, ਪਸ਼ੂ ਪਾਲਣ ਹੈ, ਉਹਦੀ ਪ੍ਰੋਸੈਸਿੰਗ ਹੈ। ਸਹਾਇਕ ਧੰਦਾ ਮੇਰਾ ਐਗਰੀਕਲਚਰ ਹੈ। ਜਿਸ ਖੇਤੀ ਦੇ ਵਿੱਚ ਐਗਰੀਕਲਚਰ ਦੇ ਵਿੱਚ ਅਸੀਂ ਪੜ੍ਹਾਈ ਛੱਡ ਕੇ ਗ੍ਰੈਜੂਏਸ਼ਨ ਤੋਂ ਬਾਅਦ ਜੋ ਸਾਨੂੰ ਗੁਰਬਾਣੀ ਦੇ ਵਿੱਚੋਂ, ਜੋ ਸਾਨੂੰ ਗੁਰੂ ਨਾਨਕ ਦੇਵ ਜੀ ਦੀ ਕਰਤਾਰਪੁਰ ਦੀ ਖੇਤੀ ਦੇ ਅਨੁਭਵ ਵਿੱਚੋਂ ਜੋ ਅਸੀਂ ਖੋਜਿਆ ਉਹ ਦੁਨੀਆ ਦੇ ਸਾਹਮਣੇ ਰੱਖਿਆ। ਉਹਦੇ ਰਿਜ਼ਲਟ ਸਾਨੂੰ ਬਹੁਤ ਚੰਗੇ ਲੱਗੇ। ਨਾਲ ਸਾਡੀ ਆਰਥਿਕਤਾ ਵੀ ਸੁਧਰੀ, ਨਾਲ ਸਾਡਾ ਜੋ ਧਾਰਮਿਕ ਲੈਵਲ ਹੈ, ਸਾਡਾ ਰਾਸ਼ਟਰਵਾਦ ਦਾ ਲੈਵਲ ਹੈ, ਉਹ ਸਾਡਾ ਅਪਗ੍ਰੇਡ ਹੋਇਆ। ਇਸੇ ਤਰੀਕੇ ਦੇ ਨਾਲ ਸਾਨੂੰ ਕਿਰਸਾਨੀ ਦੇ ਵਿੱਚ ਗੁਰਬਾਣੀ ਦਾ ਇਸਤੇਮਾਲ ਕਰਕੇ ਗੁਰ ਵਿਗਿਆਨ ਨੂੰ ਨਾਲ ਲੈ ਕੇ ਇਹੋ ਜਿਹਾ ਜੀਵਨ ਜਿਉਣਾ, ਇਹੋ ਜਿਹੀ ਖੇਤੀ ਕਰਨੀ ਹੈ ਕਿ ਅਸੀਂ ਜਿਸ ਲੈਵਲ ਤੇ ਪਹੁੰਚ ਚੁੱਕੇ ਹਾਂ, ਅਸੀਂ ਕਰਜ਼ਾਈ ਹੋ ਚੁੱਕੇ ਹਾਂ, ਅਸੀਂ ਬੰਧਨਾਂ ਵਿੱਚ ਬੰਧੇ ਗਏ, ਇਸ ਤੋਂ ਮੁਕਤੀ ਕਿਵੇਂ ਪ੍ਰਾਪਤ ਕਰਨੀ ਹੈ। ਗੁਰੂ ਸਾਹਿਬ ਦੇ ਸਿਧਾਂਤ ਤੋਂ ਸੇਧ ਲੈ ਕੇ 40 ਏਕੜ ਦੇ ਵਿੱਚ ਅਸੀਂ ਦੋ ਭਰਾਵਾਂ ਨੇ, ਗੁਰਬਚਨ ਸਿੰਘ ਤੇ ਗੁਰਦੇਵ ਸਿੰਘ ਨੇ ਖੇਤੀ ਸ਼ੁਰੂ ਕੀਤੀ। ਜਦੋਂ ਅਨੁਭਵ ਹੋਇਆ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤ, ਸਾਨੂੰ ਇੱਕਦਮ ਸਮਝ ਲੱਗ ਗਈ ਕਿ ਖੇਤੀ ਕਰਦਿਆਂ ਸਾਤੋਂ ਪਵਨ ਖਰਾਬ ਹੋਈ, ਇਸ ਤੋਂ ਬਚਣਾ। ਜਦੋਂ ਫਸਲਾਂ ਦੀ ਰਹਿੰਦ ਖੂੰਹਦ ਨੂੰ ਅਸੀਂ ਨਾ ਜਲਾਇਆ, ਅਸੀਂ ਉਹਨਾਂ ਨੂੰ ਮਲਚਿੰਗ ਦੇ ਵਿੱਚ ਰੱਖਿਆ, ਜ਼ਮੀਨ ਦੇ ਤਹਿ ਦੇ ਉੱਪਰ ਬੀਜ ਉਗਾਉਣੇ ਸ਼ੁਰੂ ਕੀਤੇ। ਸਾਨੂੰ ਉਹਦੇ ਜੋ ਰਿਜ਼ਲਟ ਇੰਨੇ ਵਧੀਆ ਲੱਗੇ, ਜਿਵੇਂ ਕਿਹਾ ਗਿਆ ਮਲਚਿੰਗ ਦੇ ਥੱਲੇ ਕਣਕ ਨੂੰ ਸੁੰਡੀ ਖਾਂਦੀ ਹੈ, ਉਹਦੇ ਉੱਤੇ ਅੱਜ ਤੋਂ 4 ਸਾਲ ਪਹਿਲੋਂ ਜੋ ਅਧਿਐਨ ਕਰਕੇ ਸਰਕਾਰੀ ਤੌਰ ਦੇ ਉੱਤੇ ਆਪਣੇ ਸਾਈਟਾਂ ਦੇ ਉੱਪਰ ਅਸੀਂ ਇਹ ਸ਼ੇਅਰ ਕਰਨਾ ਚਾਹਿਆ। ਸਾਨੂੰ ਪਤਾ ਲੱਗ ਗਿਆ ਕਿ ਜ਼ਮੀਨ ਦੇ ਵਿੱਚ ਡੂੰਘੀ ਬੀਜੀ ਕਣਕ ਦੇ ਜੋ ਬੀਜ ਪੁੰਗਰਦਾ, ਉਸ ਦੀਆਂ ਜੋ ਜੜ੍ਹਾਂ ਹਨ ਉਹ ਫਾਈਬਰਸ ਰੂਟ ਸਿਖਾਉਂਦੀਆਂ ਹਨ, ਉਹਨੂੰ ਅਸੀਂ ਰੂਟ ਪੋਰਸ਼ਨ ਕਹਿੰਦੇ ਹਾਂ। ਜਦੋਂ ਉਹ ਉੱਗ ਕੇ ਬੀਜ ਧਰਤੀ ਤੋਂ ਬਾਹਰ ਆਇਆ, ਜਿੱਥੇ ਰੋਸ਼ਨੀ ਆਈ ਉੱਥੇ ਉਹਨੇ ਫਿਰ ਦੁਬਾਰਾ ਪਹਿਲੇ ਮਹੀਨੇ ਦੇ ਵਿੱਚ ਸਪੋਰਟਿੰਗ ਰੂਟਸ ਲਗਾਈਆਂ, ਬੂਟਾ ਕੱਟਿਆ ਗਿਆ, ਜਿਸ ਨੂੰ ਕਿਹਾ ਗਿਆ ਸੁੰਡੀ ਕੱਟ ਗਈ। ਕਿਸਾਨ ਜੇ ਗੁਰੂ ਦੇ ਗਿਆਨ ਨੂੰ ਸਮਝ ਕੇ ਦੁਨੀਆ ਦੇ ਸਾਹਮਣੇ ਰੱਖਣਾ ਚਾਹਵੇ, ਇਹਦੇ ਉੱਤੇ ਕੋਈ ਅੰਕੁਸ਼ ਨਹੀਂ ਹੈ। ਸਾਨੂੰ ਫਸਲਾਂ ਬੀਜਣ ਵਾਸਤੇ ਖਾਸ ਕਰਕੇ ਜੋ ਸਾਡੀਆਂ ਹਾੜੀ ਦੀਆਂ ਫਸਲਾਂ ਹਨ, ਉਹਨਾਂ ਨੂੰ ਅਸੀਂ ਸਰਫੇਸ ਸੀਡਿੰਗ ਕਰੀਏ, ਅਤੇ ਸਰਫੇਸ ਸੀਡਿੰਗ ਕਰਨ ਦੇ ਨਾਲ ਜੋ ਬੂਟਾ ਕੱਟਿਆ ਜਾਂਦਾ ਸੀ ਉਹ ਸਮੱਸਿਆ ਹਟ ਗਈ। ਉਹਦੀਆਂ ਫਾਈਬਰਸ ਰੂਟਸ ਦੇ ਵਿੱਚੋਂ ਹੀ ਜਦੋਂ ਉਹਦੀਆਂ ਬਾਕੀ ਜਰਮੀਨੇਟ ਹੋਇਆ, ਉਹਦੇ ਵਿੱਚੋਂ ਹੀ ਉਹਦੀਆਂ ਸ਼ਾਖਾਵਾਂ ਪ੍ਰਫੁੱਲਤ ਹੋਈਆਂ। ਉਸ ਬੂਟੇ ਦੀਆਂ ਜੋ ਫਾਈਬਰਸ ਰੂਟਸ ਅਤੇ ਸਪੋਰਟਿੰਗ ਰੂਟਸ ਦੋਵੇਂ ਮੌਜੂਦ, ਉਹਨਾਂ ਦੇ ਵਿੱਚੋਂ ਜੋ ਸਾਨੂੰ ਉਤਪਾਦਨ ਪੈਦਾ ਹੋਇਆ, ਉਹਦਾ ਝਾੜ ਵੀ ਜ਼ਿਆਦਾ ਆ, ਉਹਦੀ ਕੁਆਲਿਟੀ ਵੀ ਸਾਨੂੰ ਬਹੁਤ ਵਧੀਆ ਲੱਗੀ। ਅਸੀਂ ਪਸ਼ੂਆਂ ਦਾ ਕੰਮ ਛੋਟੀ ਜਿਹੀ ਪੱਧਰ ਤੋਂ 3-4 ਪਸ਼ੂਆਂ ਤੋਂ ਸ਼ੁਰੂ ਕੀਤਾ ਸੀ 2006 ਤੋਂ। ਉਸ ਤੋਂ ਬਾਅਦ ਅਸੀਂ ਥੋੜ੍ਹੇ ਵਧਾ ਕੇ ਸਾਰੇ ਪਰਿਵਾਰ ਨੇ ਮਿਲ ਕੇ ਹੁਣ ਇਸ ਵਕਤ ਸਾਡੇ ਕੋਲੇ 50 ਤੋਂ ਲੈ ਕੇ 60 ਪਸ਼ੂ ਹਨ। ਅਸੀਂ ਸਭ ਤੋਂ ਪਹਿਲਾਂ ਪਨੀਰ ਦਾ ਕੰਮ ਸ਼ੁਰੂ ਕੀਤਾ ਜੀ। ਪਨੀਰ ਤੋਂ ਸਾਨੂੰ ਬਹੁਤ ਵਧੀਆ ਹੁੰਗਾਰਾ ਮਿਲਿਆ ਅਤੇ ਉਸ ਤੋਂ ਬਾਅਦ ਅਸੀਂ 3 ਸਾਲ ਤੱਕ ਪਨੀਰ ਦਾ ਕੰਮ ਕਰਦੇ ਰਹੇ। ਫਿਰ ਬਾਅਦ ਦੇ ਵਿੱਚ ਅਸੀਂ ਮਿਲ ਕੇ ਮਠਿਆਈ ਵਾਲੀ ਸਾਈਡ ਨੂੰ ਆਏ, ਪ੍ਰੋਸੈਸਿੰਗ ਵਾਲੀ ਸਾਈਡ ਨੂੰ ਆਏ। ਉਹਦੇ ਵਿੱਚ ਅਸੀਂ ਬਰਫੀ, ਗੁਲਾਬ ਜਾਮੁਨ, ਰਸਗੁੱਲੇ, ਚਮਚਮ ਪੂਰੇ ਪ੍ਰੋਗਰਾਮ ਦਾ ਕੰਮ ਕਰਦੇ ਰਹੇ। 3-4 ਸਾਲ ਅਸੀਂ ਇਹ ਵੀ ਕੰਮ 'ਤੇ ਪੂਰਾ ਕੰਮ ਕਰਦੇ ਰਹੇ। ਉਸ ਤੋਂ ਬਾਅਦ ਅਸੀਂ ਕੋਸ਼ਿਸ਼ ਕੀਤੀ ਕਿ ਇਸ ਕੰਮ ਨੂੰ ਹੋਰ ਵਧਾਇਆ ਜਾਵੇ। ਫਿਰ ਅਸੀਂ ਬੋਇਲਰ ਲਾਏ,
ਦੁੱਧ ਨੂੰ ਸਹੀ ਢੰਗ ਨਾਲ ਬਾਲਣ ਦੇ ਲਈ, ਜਲਦੀ ਬਾਲਣ ਦੇ ਲਈ ਫਿਰ ਬਾਇਓਗੈਸ ਪਲਾਂਟ ਲਾਏ। ਉਸ ਤੋਂ ਬਾਅਦ ਜੋ ਸਾਡੇ ਪਸ਼ੂਆਂ ਤੋਂ ਬਚਿਆ ਹੋਇਆ ਰਹਿੰਦ ਖੂੰਹਦ ਸੀ, ਮੈਨਿਓਰ ਸੀ ਬਣੀ ਜ਼ਰੂਰੀ, ਉਹ ਅਸੀਂ ਪੈਲੀਆਂ ਨੂੰ ਪਾ ਕੇ ਆਪਣੇ ਜ਼ਮੀਨਾਂ ਨੂੰ ਉਪਜਾਊ ਸ਼ਕਤੀ ਵਧਾਈ। ਉਸ ਤੋਂ ਬਾਅਦ ਅਸੀਂ ਕੁਝ ਸਮਾਂ ਪਾ ਕੇ 2019 ਤੋਂ ਲੈ ਕੇ 20, 21, 22, 3 ਸਾਲ ਤੱਕ ਅਸੀਂ ਆਈਸਕ੍ਰੀਮ ਦਾ ਕੰਮ ਵਾਲੇ ਪਾਸੇ ਨੂੰ ਆਏ। ਪਹਿਲਾਂ ਅਸੀਂ ਥੋੜ੍ਹਾ 2-3 ਕੈਡੀਆਂ ਲਿਆ ਕੇ ਨਾਲ ਕੁਲਫੀਆਂ ਜਮਾਉਣ ਵਾਲੀ ਮਸ਼ੀਨ ਲਿਆਂਦੀ ਅਤੇ ਉਸ ਦੇ ਨਾਲ ਅਸੀਂ ਕੁਲਫੀਆਂ ਬਣਾ ਕੇ ਰਕਸ਼ੇ 2 ਰਕਸ਼ੇ ਸਾਡੇ ਕੋਲ ਸ਼ੁਰੂ ਕੀਤੇ, ਜਿਨ੍ਹਾਂ ਤੋਂ ਅਸੀਂ ਕੰਮ ਸਟਾਰਟ ਕੀਤਾ ਅਤੇ ਵੇਚਿਆ। ਫਿਰ ਅਸੀਂ ਆਪਣੀਆਂ ਕੁਲਫੀਆਂ ਹਾਈ ਕੁਆਲਿਟੀ ਦੀਆਂ ਖੋਏ ਦੀਆਂ ਬਣਾ ਕੇ ਕਾਊਂਟਰਾਂ ਦੇ ਉੱਪਰ ਜਾ ਕੇ, ਬੇਕਰੀਆਂ ਦੇ ਉੱਪਰ ਜਾ ਕੇ ਹਰੀਕੇ, ਪੱਟੀ, ਤਰਨਤਾਰਨ, ਸਰਿਆਲੀ, ਨਸ਼ਹਿਰਾ ਇਹੋ ਜਿਹੇ ਸੈਂਟਰ ਤੱਕ ਅਸੀਂ ਜਾਂਦੇ। ਉਸ ਤੋਂ ਬਾਅਦ ਸਾਡਾ ਚੰਗਾ ਹੰਗਾਰਾ ਮਿਲਣ ਤੋਂ ਬਾਅਦ ਅਸੀਂ ਪੂਰਾ ਯੂਨਿਟ ਆਈਸਕ੍ਰੀਮ ਦਾ ਲਾਇਆ। ਆਈਸਕ੍ਰੀਮ ਦੀ ਮਸ਼ੀਨ ਲੈ ਕੇ ਆਂਦੀ, ਹੋਮੋਨਾਈਜ਼ਰ, ਬੋਇਲਰ, ਸਾਰੀਆਂ ਮਸ਼ੀਨਾਂ ਲਿਆ ਕੇ ਅਸੀਂ ਵੱਡੀ ਪੱਧਰ 'ਤੇ ਆਪਣੇ ਦੁੱਧ ਨੂੰ ਪ੍ਰੋਡਕਟਸ ਬਣਾ ਕੇ ਵੇਚ ਰਹੇ ਹਾਂ ਅਤੇ ਇਸ ਦੇ ਨਾਲ ਨਾਲ ਆਪਣੇ ਪਰਿਵਾਰ ਦਾ ਚੰਗਾ ਗੁਜ਼ਾਰਾ ਚਲਾ ਰਹੇ ਹਾਂ। ਅਤੇ ਸਾਨੂੰ 4 ਭਰਾਵਾਂ ਨੂੰ ਇੱਥੇ ਵਧੀਆ ਢੰਗ ਦੇ ਨਾਲ ਕੰਮ ਮਿਲਿਆ ਹੈ, ਸਾਨੂੰ ਬਾਹਰ ਜਾਣ ਦੀ ਕੋਈ ਜ਼ਰੂਰਤ ਨਹੀਂ ਹੈ। ਅਸੀਂ ਜਦੋਂ ਸ਼ੁਰੂਆਤ ਕੀਤੀ ਡੇਅਰੀ ਦੀ, ਇਸ ਤੋਂ ਪਹਿਲਾਂ ਵੀ ਇਹ ਡੇਅਰੀ ਦੀ ਸ਼ੁਰੂਆਤ ਕੀਤੀ ਗਈ ਸੀ, ਘੱਟ ਮੁਨਾਫਾ ਹੋਣ ਦਾ ਕਰਕੇ ਅਸੀਂ ਉਹ ਡੇਅਰੀ ਨਹੀਂ ਕੀਤੀ। ਉਸ ਸਮੇਂ ਪੁਆਇੰਟ ਦਾ ਰੇਟ ਕੋਈ 2 ਤੋਂ ਲੈ ਕੇ 2.5 ਰੁਪਏ ਸੀ, ਇਸ ਲਈ ਜੋ ਮੱਝ ਦੇ ਦੁੱਧ ਦਾ ਰੇਟ ਬਣਦਾ ਹੈ ਕੋਈ 9 ਤੋਂ ਲੈ ਕੇ 10 ਰੁਪਏ ਲੀਟਰ ਬਣਦਾ ਸੀ। ਇਸ ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਫੀਡ ਆਉਂਦੀ ਸੀ। ਇਸ ਲਈ ਅਸੀਂ ਇਹ ਸੋਚਿਆ ਕਿ ਇਹ ਕੰਮ ਨਾ ਕੀਤਾ ਜਾਵੇ। ਕੁਝ ਸਮਾਂ ਵਿੱਚੋਂ ਛੱਡ ਕੇ ਅਸੀਂ 2006 ਤੋਂ ਦੁੱਧ ਨੂੰ ਫਿਰ ਦੁਬਾਰਾ ਪ੍ਰਮੋਟ ਕੀਤਾ। ਪਸ਼ੂ ਘਰ ਦੇ ਸੀ, 1-2 ਮੁੱਲ ਹੈ। ਫਿਰ ਅਸੀਂ ਪਨੀਰ ਦਾ ਕੰਮ ਸ਼ੁਰੂ ਕੀਤਾ, ਦੁੱਧ ਬਿਲਕੁਲ ਨਾ ਵੇਚਿਆ। ਇਸ ਕਰਕੇ ਦੁੱਧ ਨੂੰ ਹਰ ਤਰੀਕੇ ਨਾਲ ਅਸੀਂ ਪਨੀਰੀ ਬਣਾ ਕੇ ਜਾਂ ਕੋਈ ਹੋਰ ਚੀਜ਼ ਬਣਾ ਕੇ ਉਹਨੂੰ ਸੰਭਾਲਿਆ। ਇਸ ਦੇ ਨਾਲ ਸਾਡਾ ਦੁੱਧ ਦੇ ਵਿੱਚ ਚੰਗਾ ਹੰਗਾਰਾ ਮਿਲਿਆ, ਤਾਂ ਕਿ ਬਚਤ ਵੀ ਸੋਹਣੀ ਵਧੀ ਅਤੇ ਫੀਡ ਦੇ ਨਾਲ ਸਾਡੇ ਕੰਪੈਰੀਟਿਵ ਸਾਡੀ ਇਨਕਮ ਦੇ ਵਿੱਚ ਵਾਧਾ ਹੋਇਆ। ਤਾਂ ਕਰਕੇ ਅਸੀਂ ਡੇਅਰੀ ਨੂੰ ਸਹੀ ਢੰਗ ਨਾਲ ਚਲਾ ਰਹੇ ਹਾਂ। ਤਿਉਹਾਰ ਦੇ ਦਿਨਾਂ ਦੇ ਵਿੱਚ ਇਹ ਕੰਮ ਵੱਧਦਾ ਜੀ। ਲੋਹੜੀ ਦੇ ਉੱਪਰ, ਦੀਵਾਲੀ ਦੇ ਉੱਪਰ ਸਾਡੇ ਇੱਥੇ ਲਾਈਨ ਲੱਗਦੀ ਹੈ ਜੀ। ਕਈਆਂ ਨੂੰ ਚੀਜ਼ ਮਿਲਦੀ, ਕਈਆਂ ਨੂੰ ਨਹੀਂ ਮਿਲਦੀ, ਕਿਉਂਕਿ ਅਸੀਂ ਪਿਓਰਟੀ ਦਾ ਕੰਮ ਕਰਨਾ। ਇਹਦੇ ਵਿੱਚ ਇਹ ਕੁਆਂਟਿਟੀ ਦੇ ਵਿੱਚ ਵਾਧਾ ਜ਼ਿਆਦਾ ਨਹੀਂ ਹੋ ਸਕਦਾ, ਕੁਆਂਟਿਟੀ ਲਿਮਿਟਡ ਹੁੰਦੀ ਹੈ। ਉਹ ਕਿੰਨੇ 'ਚ ਬੈਨੀਫਿਟ ਲੋਕਾਂ ਦੇ ਵਿੱਚ ਡਿਵਾਈਡ ਹੋ ਸਕਦੀ, ਉਹ ਇੱਕ ਗਿਣਤੀ ਦੇ ਹਿਸਾਬ ਦੇ ਨਾਲ ਲੋਕਾਂ ਨੂੰ ਮਿਲ ਸਕਦੀ ਆ, ਕਿਉਂਕਿ ਹਾਈ ਕੁਆਲਿਟੀ ਵਿੱਚ ਸਮਾਨ ਕੋਈ ਤਿਆਰ ਨਹੀਂ ਕਰਦੇ। ਦੁੱਧ ਦੀ ਸਾਫ਼ ਪੈਦਾਵਾਰ ਲਈ ਇਸ ਕੰਮ ਕਰਦੇ। ਤਕਰੀਬਨ ਸਾਡੇ ਕੋਲ ਇੱਕ ਮੱਝਾਂ ਦੇ ਵਿੱਚ ਬੱਚਾ ਬਣਿਆ ਹੋਇਆ। ਅਸੀਂ ਪਹਿਲਾਂ ਸਵੇਰੇ ਤਕਰੀਬਨ ਕਈ ਵਾਰ ਨਵਾਉਂਦੇ ਹਾਂ ਪਸ਼ੂਆਂ ਨੂੰ, ਉਸ ਤੋਂ ਬਾਅਦ ਪੂਰੇ ਸਾਫ਼ ਸਫਾਈ ਹੋ ਜਾਂਦੀ। ਉਸ ਤੋਂ ਬਾਅਦ ਅਸੀਂ ਪਸ਼ੂ ਚੋਂਦੇ ਹਾਂ ਅਤੇ ਬਹੁਤ ਹੱਦ ਤੱਕ ਸਾਫ਼ ਸਫਾਈ ਰਹਿੰਦੀ ਆ। ਬਿਲਕੁਲ ਵੀ ਸਫਾਈ ਪਿਓਰਟੀ ਦੇ ਵਿੱਚ ਕਹਿ ਤੇ ਬਿਲਕੁਲ ਆਪਾਂ ਨਹੀਂ ਕਰ ਸਕਦੇ, ਕਿਉਂਕਿ ਮੱਖੀ ਵਾਤਾਵਰਨ ਚੋਂ ਕਿਸੇ ਵੇਲੇ ਵੀ ਡਿੱਗ ਸਕਦੀ ਹੈ ਕਿਤੇ। ਮੈਂ ਉਹਨਾਂ ਸਾਇੰਸਦਾਨਾਂ ਦਾ ਵੀ ਧੰਨਵਾਦੀ ਕਰੂੰ ਜਿਨ੍ਹਾਂ ਖੁਦ ਖੇਤਾਂ ਵਿੱਚ ਆ ਕੇ ਵੇਖਿਆ, ਭਾਵੇਂ ਕਿ ਇਹ ਵਿਧੀਆਂ ਅਸੀਂ ਲੋਕਾਂ ਕੋਲੋਂ ਸਿੱਖੀਆਂ, ਨਕਲ ਹੀ ਮਾਰੀ ਹੈ, ਪਰ ਉਹਦੇ ਵਿੱਚ ਅਸੀਂ ਹੋਰ ਵੀ ਫਸਲਾਂ ਜਿਸ ਤਰ੍ਹਾਂ ਸਰੋਂ ਹੈ, ਤੋਰੀਆ ਹੈ, ਬਰਸੀਮ ਹੈ, ਮਟਰ ਹੈ, ਕਣਕ, ਇਹ ਸਾਰੀਆਂ ਵੀ ਜੋ ਫਸਲਾਂ ਵਾ ਉਹਨਾਂ ਨੂੰ ਅਸੀਂ ਇਹਦੇ ਵਿੱਚ ਇੱਕ ਵੱਖਰਾ ਸੁੱਖ ਹੋਇਆ ਕਿ ਇਹ ਜੋ ਵਿਧੀਆਂ ਹਨ ਇਹਦੇ ਵਿੱਚ ਸਾਨੂੰ ਬਾਹਰੀ ਸਪੋਰਟਸ ਦੀ ਲੋੜ ਨਹੀਂ ਹੈ, ਬਾਹਰਲੀ ਸਹਾਇਤਾ ਦੀ ਲੋੜ ਨਹੀਂ ਹੈ। ਕਿਸਾਨ ਦੇ ਕੋਲੇ ਸਰਫੇਸ ਸੀਡਿੰਗ ਵਾਸਤੇ ਘਰ ਹੀ ਮਸ਼ੀਨਰੀ ਵਾਧੂ ਹੁੰਦੀ ਹੈ, ਬਾਹਰਲੀ ਸਹਾਇਤਾ ਦੀ ਲੋੜ ਨਹੀਂ ਪਈ ਸਾਨੂੰ। ਦੂਸਰਾ ਇਹਦੇ ਵਿੱਚ ਇਹ ਵੇਖਿਆ ਗਿਆ ਵੀ ਜਿਹੜੇ ਨਦੀਨ ਹੁੰਦੇ ਹਨ ਉਹ ਆਲਰੇਡੀ ਸਰਫੇਸ ਸੀਡਿੰਗ ਹੁੰਦੇ ਹਨ ਅਤੇ ਕਣਕ ਸਾਡੀ ਡੂੰਘੀ ਬੀਜੀ, ਨਵੀਆਂ ਜੜ੍ਹਾਂ ਲੈ ਕੇ ਉਹਦਾ ਇੱਕ ਪੜਾਅ ਕੱਟਿਆ ਗਿਆ, ਉਹਦੇ ਕਾਰਨ ਉਹਦੇ ਉੱਤੇ ਨਦੀਨ ਚੜ੍ਹ ਜਾਂਦੇ ਸੀ, ਉਹ ਨਾਸ਼ ਨਹੀਂ ਹੁੰਦੇ ਸੀਗੇ। ਹੁਣ ਇਹਦੇ ਉੱਤੇ ਬੜਾ ਵਧੀਆ ਕਾਬੂ ਪਾਇਆ ਗਿਆ। ਸਾਨੂੰ ਇਹਦੇ ਝਾੜ, ਸਾਨੂੰ ਇਹਦੀ ਜੋ ਕੁਆਲਿਟੀ ਹੈ, ਸਾਨੂੰ ਉਹ ਬਹੁਤ ਚੰਗੀ ਲੱਗੀ। ਮੁਫਤ ਦੀ ਬਿਜਾਈ ਹੈ, ਕੋਈ ਇਹਦੇ ਉੱਤੇ ਖਰਚਾ ਨਹੀਂ ਹੈ ਜੀ। ਕਣਕ ਦੀ ਕਟਾਈ ਤੋਂ ਬਾਅਦ ਅਸੀਂ ਇਸ ਨੂੰ ਤੂੜੀ ਬਣਾਈ। ਤੂੜੀ ਬਣਾ ਕੇ ਇਸ ਨੂੰ ਹਲਕਾ ਜਿਹਾ ਕਿਉਂ ਵਾਹੁਣਾ ਪਿਆ, ਚਾਹੇ ਤਵੀਆਂ ਨਾਲ ਵਾਹ ਲਈਏ, ਚਾਹੇ ਦੁਪਹਿਰੇ ਡਿਸਕ ਨਾਲ ਵੀ ਵਗ ਜਾਂਦਾ ਅਤੇ ਹਲਾਂ ਨਾਲ ਵੀ ਵਗ ਜਾਂਦਾ, ਕਲਟੀਵੇਟਰ ਨਾਲ ਵੀ, ਤਾਂ ਕਿ ਬਾਹਰੋਂ ਅੱਗ ਲੱਗੀ ਸਾਡੇ ਖੇਤਾਂ ਤੱਕ ਨਾ ਪਹੁੰਚ ਸਕੇ। ਅਸੀਂ ਉਹਨੂੰ ਹਲਕਾ ਜਿਹਾ ਵਾਹ ਦਿੱਤਾ। ਉਸ ਦੀ ਜੋ ਰਹਿੰਦ ਖੂੰਹਦ ਸੀ ਕਣਕ ਦੀ, ਉਹ ਧੁੱਪ ਛਾਂ ਦੇ ਨਾਲ ਉਹ ਆਪੇ ਹੀ ਗਲ ਸੜ ਗਈ ਲਗਭਗ। ਅਤੇ ਜਦੋਂ ਅਸੀਂ ਉਹਦੇ ਉੱਤੇ ਸਿੰਜਾਈ ਕਰਕੇ ਅਸੀਂ ਉਹਦਾ ਕੱਦੂ ਕੀਤਾ, ਜਿਸ ਵਿਧੀ ਨਾਲ ਵੀ ਅਸੀਂ ਉਹਦਾ ਝੋਨਾ ਬੀਜਿਆ, ਕੋਈ ਪਰੇਸ਼ਾਨੀ ਨਹੀਂ ਆਈ। ਉਦੋਂ ਜੋ ਉਹਦਾ ਕੱਖ ਸੀਗਾ, ਉਹਦੀ ਐਨੈਮਲ ਲੱਥ ਚੁੱਕੀ ਸੀਗੀ, ਉਹ ਪਾਣੀ ਦੇ ਵਿੱਚ ਡੁੱਬ ਗਿਆ, ਨਾ ਕਿ ਉਹ ਤਰਿਆ। ਅਤੇ ਆਹ ਸਾਹਮਣੇ ਤੁਸੀਂ ਖੇਤ ਦੇਖ ਰਹੇ ਹੋਵੋਗੇ, ਇਹਨਾਂ ਖੇਤਾਂ ਦੇ ਕਿਸੇ ਵੱਟ ਦੇ ਉੱਤੇ ਤੁਸੀਂ 2 ਰੁੱਗ ਕੱਖਾਂ ਦਾ ਨਹੀਂ ਵਿਖਾ ਸਕਦੇ। ਉਹ ਸਾਰੀ ਜੋ ਕਣਕ ਦੀ ਰਹਿੰਦ ਖੂੰਹਦ ਸੀਗੀ ਉਹ ਜ਼ਮੀਨ ਦੇ ਵਿੱਚ ਬਿਲਕੁਲ ਗਲ ਚੁੱਕੀ ਹੈ। ਇਸ ਤੋਂ ਅੱਗੇ ਜੇ ਆਪਾਂ ਅਗਲੀ ਫਸਲ ਦੀ ਗੱਲ ਕਰਾਂਗੇ ਤੇ ਝੋਨਾ ਕਟਾਈ ਤੋਂ ਪਹਿਲੋਂ ਵੀ ਕਣਕ ਦੀ ਬਿਜਾਈ ਕੀਤੀ ਜਾ ਸਕਦੀ ਹੈ। ਮੌਸਮ ਮੁਤਾਬਕ ਜੇ ਮੌਸਮ 'ਚ ਠੰਡ ਆ ਜਾਵੇ ਤੇ ਅਸੀਂ ਖੜੀ ਬਾਸਮਤੀ ਜਾਂ ਲੇਟ ਝੋਨੇ ਦੇ ਵਿੱਚ ਅਸੀਂ ਛੱਟਾ ਦੇ ਕੇ ਅਖੀਰਲੇ ਪਾਣੀ ਤੇ ਕਣਕ ਨੂੰ ਉਗਾ ਸਕਦੇ ਹਾਂ। ਹਾਰਵੈਸਟਿੰਗ ਤੋਂ ਬਾਅਦ ਉਹ ਫਸਲ ਨੂੰ ਕੁਝ ਵੀ ਨਹੀਂ ਕਰਨਾ ਪੈਂਦਾ ਤੇ ਉਹ ਕਣਕ ਬੀਜੀ ਜਾਂਦੀ ਹੈ। ਫਿਰ ਵੀ ਜੇ ਕਿਸਾਨ ਗਿੱਤਰਾ ਝੋਨਾ ਕੱਟ ਲਿਆ, ਵੈਸੇ ਤਾਂ ਝੋਨਾ ਲੇਟ ਲਾਉਣਾ ਚਾਹੀਦਾ, ਤੁਸੀਂ ਇਹ ਵੀ ਦੇਖੋ ਲੇਟ ਝੋਨੇ ਦੀ ਲਵਾਈ ਕੀਤੀ ਆ, ਫਿਰ ਵੀ ਝੋਨੇ ਦੀ ਹਾਰਵੈਸਟਿੰਗ ਹੋ ਗਈ ਹੈ ਤੇ ਸਾਨੂੰ ਕਣਕ ਦਾ ਛੱਟਾ ਦੇ ਕੇ ਕੋਈ
ਹਰ ਘਰਾਂ ਦੇ ਵਿੱਚ ਉਹ ਕਰਜ਼ੇ ਕੱਟਣ ਵਾਲਾ ਹੁੰਦਾ ਹੀ ਹੈ ਲਗਭਗ। ਕਿਸਾਨ ਉਹਨੂੰ ਕਰਜ਼ੇ ਕੱਟ ਕੇ ਉਹਨੂੰ ਪਤਲੀ ਜੀ ਹਲਕੀ ਜੀ ਸਿੰਜਾਈ ਕਰ ਦੇਵੇ, ਕਣਕ ਦੀ ਬਿਜਾਈ ਇੰਨੇ ਵਿੱਚ ਹੀ ਮੁਕੰਮਲ ਹੋ ਜਾਂਦੀ ਆ। ਅਸੀਂ ਫਸਲਾਂ ਦੀ ਰਹਿੰਦ ਖੂੰਹਦ ਨੂੰ ਆਸਾਨੀ ਨਾਲ ਸਮਝ ਸਕਦੇ ਹਾਂ, ਬਿਨਾਂ ਖਰਚੇ ਤੋਂ, ਬਿਨਾਂ ਟਾਈਮ ਤੋਂ। ਅੱਗੇ ਇਹ ਭੁਲੇਖਾ ਚੱਲਦਾ ਸੀ ਕਿ ਕਣਕ ਦੀ ਬਿਜਾਈ, ਝੋਨੇ ਦੀ ਕਟਾਈ, ਇਹਦੇ ਵਿੱਚ ਵਕਫਾ ਘਟ ਜਾਂਦਾ ਵਾ, ਕਿਸਾਨ ਉਹਨੂੰ ਕੰਪਲੀਟ ਨਹੀਂ ਕਰ ਸਕਦਾ। ਪਰ ਜੋ ਇਹ ਸਰਫੇਸ ਸੀਡਿੰਗ ਵਿਧੀ ਹੈ, ਸਦੀਆਂ ਛੱਡੀ ਹੋਈ ਵਿਧੀ, ਕਿਸਾਨਾਂ ਸਾਰਿਆਂ ਨੇ ਥੋੜ੍ਹੀ ਮਾਤਰਾ ਵਿੱਚ ਜ਼ਰੂਰ ਅਪਣਾ ਕੇ ਪ੍ਰੈਕਟਿਸ ਕਰ ਲਈ ਹੈ। ਇਹਨੂੰ ਵਕਫੇ ਦੀ ਕੋਈ ਲੋੜ ਨਹੀਂ ਹੈ। ਜਿਸ ਦਿਨ ਕਟਾਈ ਹੁੰਦੀ ਉਸ ਤੋਂ ਪਹਿਲਾਂ ਵੀ ਬਿਜਾਈ ਹੋ ਸਕਦੀ, ਕਟਾਈ ਵਾਲੇ ਦਿਨ ਵੀ ਕਣਕ ਦੀ ਬਿਜਾਈ ਕੀਤੀ ਜਾ ਸਕਦੀ ਹੈ ਜੀ। ਖੇਤੀਬਾੜੀ ਅਤੇ ਡੇਅਰੀ ਧੰਦੇ ਦਾ ਸੁਮੇਲ ਤਾਂ ਨਾਲੇ ਪੁੰਨ ਨਾਲੇ ਫਲੀਆਂ ਵਰਗਾ ਹੈ। ਇਸ ਕਿਸਾਨ ਵੱਲੋਂ ਦੁੱਧ ਦੀ ਪੈਦਾਵਾਰ ਕਰਦੇ ਹੋਏ ਇਸ ਤੋਂ ਵੱਖ-ਵੱਖ ਪਦਾਰਥ ਬਣਾਉਣ ਦਾ ਬੇहद ਚੁਣੌਤੀ ਭਰਪੂਰ ਕੰਮ ਕੀਤਾ ਹੈ। ਪਸ਼ੂਆਂ ਦਾ ਰੱਖ ਰਖਾਵ ਤੇ ਦੁੱਧ ਦੀ ਪੈਦਾਵਾਰ ਤੇ ਉਪਰੰਤ ਇਸ ਪੈਦਾਵਾਰ ਤੋਂ ਵੱਖ-ਵੱਖ ਪਦਾਰਥ ਬਣਾਉਣਾ ਹੈ ਤੇ ਫਿਰ ਖਪਤਕਾਰ ਨੂੰ ਇਹਨਾਂ ਪਦਾਰਥਾਂ ਦੀ ਵਿਕਰੀ ਕਰਨੀ ਬੜੀ ਹੀ ਲਗਨ ਅਤੇ ਮਿਹਨਤ ਦਾ ਕੰਮ ਹੈ, ਜੋ ਕਿ ਇਸ ਕਿਸਾਨ ਵੱਲੋਂ ਕਾਮਯਾਬੀ ਨਾਲ ਕੀਤਾ ਜਾ ਰਿਹਾ ਹੈ। ਸਾਡੇ ਸਿਰਾਂ ਦੇ ਸਿਰਾ ਕਿਸਾਨ ਵੱਲੋਂ ਜੈਵਿਕ ਖੇਤੀ, ਮਧੂਮੱਖੀ ਪਾਲਣ ਅਤੇ ਫਸਲੀ ਵਿਭਿੰਨਤਾ ਦੇ ਕੰਮਾਂ ਨੂੰ ਵੀ ਕਰਦੇ ਹੋਏ ਆਪਣੀ ਸਫਲਤਾ ਦੀ ਕਸੌਟੀ ਨੂੰ 4 ਚੰਦ ਲਾਏ ਨੇ। ਕਣਕ ਦੀ ਕਟਾਈ ਤੋਂ ਬਾਅਦ ਅਸੀਂ ਪਾਊਡਰ ਵਾਸਤੇ ਮੱਕੀ ਬੀਜਦੇ ਹਾਂ। ਅਸੀਂ ਜੰਤਰ ਦੀ ਵੀ ਪ੍ਰੈਕਟਿਸ ਕਰ ਰਹੇ ਹਾਂ। ਸਬਜ਼ੀਆਂ ਜੋ ਗਰਮੀਆਂ ਦੀਆਂ ਸਬਜ਼ੀਆਂ ਹਨ ਉਸ ਦੇ ਵਿੱਚ ਥੋੜ੍ਹੀ ਮਾਤਰਾ ਦੇ ਵਿੱਚ ਤੇ ਹਰੇਕ ਹੈ, ਪਰ ਜਦੋਂ ਅਸੀਂ ਹਾੜੀ ਦੀਆਂ ਫਸਲਾਂ ਬੀਜਦੇ ਉਹਦੇ ਵਿੱਚ ਅਸੀਂ ਮੁੱਖ ਸਾਡਾ ਜੋ ਫਸਲ ਹੈ ਉਹ ਮਟਰ ਹੈ। ਕੋਈ 10 ਏਕੜ ਦੇ ਕਰੀਬ ਅਸੀਂ ਮਟਰ ਬੀਜਦੇ ਹਾਂ। ਤਕਰੀਬਨ 10 ਏਕੜ ਦੇ ਵਿੱਚ ਅਸੀਂ ਤੋਰੀਆ, ਸਰੋਂ ਬੀਜਦੇ ਹਾਂ। ਇਹ ਫਸਲਾਂ ਨਾਲ ਸਾਡਾ ਕਰੋਪ ਡਾਈਵਰਸੀਫਿਕੇਸ਼ਨ ਹੋ ਜਾਂਦਾ। ਫਸਲ ਦੀ ਅਦਲ ਬਦਲ ਹੋਣ ਦੇ ਨਾਲ ਨਦੀਨਾਂ ਦੀ ਪ੍ਰੋਬਲਮ ਹਟ ਜਾਂਦੀ ਹੈ ਤੇ ਉਹਦੀ ਜ਼ਮੀਨ ਦੀ ਉਪਜਾਊ ਸ਼ਕਤੀ ਵੱਧਦੀ ਹੈ। ਮੱਕੀ ਤੇ ਮਟਰ ਸਾਡੀ ਫਸਲ ਬਦਲ ਦਾ ਮੁੱਖ 2 ਫਸਲਾਂ ਹਨ ਜ਼ਿਆਦੀਆਂ ਜੀ। ਸਾਡਾ ਜੋ ਮੁੱਖ ਕਿੱਤਾ ਹੈ ਉਹ ਡੇਅਰੀ ਹੈ। ਉਸ ਦੇ ਵਿੱਚ ਕੋਈ 50 ਤੋਂ ਵੱਧ ਅਡਲਟ ਪਸ਼ੂ ਹਨ। ਉਹਦੇ ਵਿੱਚ ਵੀ ਅਸੀਂ ਕਹਿ ਲਈਏ ਤੇ 6-7 ਹੀ ਗੋਕਾ ਹੈ, ਬਾਕੀ ਸਾਰੇ ਮੱਝਾਂ ਹਨ। ਅਸੀਂ ਵੇਖਿਆ ਵਾ ਗਾਵਾਂ ਦੇ ਦੁੱਧ ਨਾਲੋਂ ਸਾਨੂੰ ਮੱਝਾਂ ਦੇ ਦੁੱਧ ਦੀ ਕੁਆਲਿਟੀ ਵੈਲਿਊ ਐਡੀਸ਼ਨ ਵਾਸਤੇ ਬਹੁਤ ਫਿੱਟ ਬੈਠੀ। ਤਕਰੀਬਨ 87 ਦੇ ਵਿੱਚ ਅਸੀਂ ਡੇਅਰੀ ਨੂੰ ਦੁੱਧ ਵੇਚਣ ਵਾਸਤੇ ਰੱਖਿਆ। 2 ਵਾਰ ਅਸਫਲਤਾ ਦਾ ਕਾਰਨ ਸਾਡਾ ਬਣ ਗਿਆ ਕਿ ਦੁੱਧ ਵੇਚ ਕੇ ਸਾਤੋਂ ਪੈਸੇ ਪੂਰੇ ਨਾ ਹੋਏ, ਮਿਹਨਤ ਨਾ ਮੁੜੀ। ਅਸੀਂ 2 ਵਾਰ ਛੱਡ ਕੇ ਅਸੀਂ 2000 ਸੰਨ ਦੇ ਵਿੱਚ ਫਿਰ ਇਹਨੂੰ ਵੈਲਿਊ ਐਡੀਸ਼ਨ ਵਾਲੇ ਬੰਨੇ ਲੈ ਕੇ ਆਏ। ਗੋਕੇ ਘਟਾ ਕੇ ਜੋ ਬਫਲੋ ਦੇ ਇਹ ਵਧਾਈਆਂ, ਨੀਲੀ ਰਾਵੀ ਤੇ ਮੁਰਾਂ ਦੀ 2 ਕਿਸਮਾਂ ਅਸੀਂ ਡਿਵੈਲਪ ਕੀਤੀਆਂ ਆਪਣੇ ਘਰ ਹੀ। ਤਕਰੀਬਨ 10 ਪਸ਼ੂਆਂ ਤੋਂ ਅਸੀਂ ਸ਼ੁਰੂ ਕਰਕੇ ਅੱਜ 50 ਪਸ਼ੂਆਂ ਤੇ ਪਹੁੰਚ ਗਏ ਹਾਂ। ਜਿਹੜਾ ਇਹ 2-4 ਪਸ਼ੂ ਅਸੀਂ ਸਾਲ ਦੇ ਵਿੱਚ ਵੀ ਲੈਂਦੇ ਇਹਦੇ ਵਿੱਚੋਂ। ਤੇ ਇਹਦਾ ਅਸੀਂ ਜੋ ਸਾਡਾ ਮੁੱਖ ਧੰਦਾ ਡੇਅਰੀ ਹੈ, ਇਹਦੇ ਨਾਲ ਅਸੀਂ ਖੇਤੀ ਨੂੰ ਸਹਾਇਕ ਧੰਦਾ ਕਹਾਂਗੇ। ਇਹਦੇ ਨਾਲ ਸਾਡਾ ਬੀ ਕੀਪਿੰਗ ਵੀ ਸਹਾਇਕ ਧੰਦਾ ਹੈ। ਹੋਰ ਵੀ ਛੋਟੇ ਅਸੀਂ ਸੇਲ ਦਾ ਕੰਮ ਕਰਦੇ ਹਾਂ, ਖੇਤੀ ਪ੍ਰੋਡਕਟ ਵੀ ਵੇਚਦੇ ਹਾਂ। ਤੇ ਅਸੀਂ ਪਨੀਰ ਤੋਂ ਸ਼ੁਰੂ ਕੀਤਾ ਵੀ ਇਹਦਾ ਦੁੱਧ ਦਾ ਪਨੀਰ ਬਣਾ ਕੇ ਜੋ ਉਹਦੀ ਹੇਬ ਬਚਦੀ ਉਹ ਅਸੀਂ ਪਸ਼ੂਆਂ ਨੂੰ ਫੀਡ ਭਿਉਂ ਕੇ ਪਾਉਣ ਲੱਗ ਗਏ। ਹੋਰ ਡਿਮਾਂਡ ਵੱਧ ਗਈ ਜਿਉਂ ਫਿਰ ਅਸੀਂ ਖੋਆ, ਬਰਫੀ, ਹੋਰ ਮਠਿਆਈਆਂ ਜੋ ਵੀ ਵਿਆਹਾਂ ਸ਼ਾਦੀਆਂ ਵਾਸਤੇ, ਖੁਸ਼ੀਆਂ ਗਮੀਆਂ ਵਾਸਤੇ ਬੁੱਕ ਕਰਦੇ ਲੋਕ, ਉਹ ਅਸੀਂ ਆਰਡਰ 'ਤੇ ਉਹਨਾਂ ਨੂੰ ਬਣਾਉਂਦੇ ਹਾਂ। ਉਹਦੇ ਵਿੱਚ ਵੀ ਵੇਖਿਆ ਵੀ ਸਰਦੀਆਂ ਦੇ ਵਿੱਚ ਇਹ ਮਠਿਆਈ ਦੀ ਲਾਗਤ ਹੁੰਦੀ, ਗਰਮੀਆਂ ਦੇ ਵਿੱਚ ਸਾਨੂੰ ਦੁੱਧ ਨਾ ਵੇਚਣਾ ਪਵੇ। ਪਿਛਲੇ ਸਾਲ ਤੋਂ ਅਸੀਂ ਇਸ ਨੂੰ ਡੇਅਰੀ ਦੇ ਪ੍ਰੋਡਕਟਸ ਨੂੰ ਅਸੀਂ ਆਈਸ ਕ੍ਰੀਮ, ਕੁਲਫੀ, ਕੱਪ, ਬ੍ਰਿਕਸ, ਗੈਲਨਸ ਜੋ ਵੀ ਲੋਕ ਡਿਮਾਂਡ ਕਰਦੇ ਅਸੀਂ ਉਹ ਬਣਾ ਕੇ ਆਪਣੇ ਧੰਦੇ ਨੂੰ ਬਰਕਰਾਰ ਰੱਖ ਰਹੇ ਹਾਂ ਕਿ ਸਾਡਾ ਇਹਦੇ ਵਿੱਚ ਸਾਡਾ ਘਰ ਦਾ ਖਰਚਾ ਚਲੀ ਜਾਵੇ, ਸਾਡੀ ਖੇਤੀ ਦੇ ਪੈਸੇ ਸਾਡੇ ਬਚ ਜਾਣ। ਗੁਰੂ ਕਿਰਪਾ ਕੀਤੀ ਹੈ। ਇਸ ਧੰਦੇ ਨੂੰ ਅਸੀਂ ਪੂਜਾ ਸਮਝ ਕੇ ਕਰਦੇ ਹਾਂ। ਸਾਡੇ ਗੁਰੂ ਸਾਹਿਬਾਨਾਂ ਨੇ, ਜਿਵੇਂ ਗੁਰੂ ਨਾਨਕ ਦੇਵ ਜੀ ਨੇ ਮੱਝਾਂ ਚਾਰੀਆਂ, ਕਰਤਾਰਪੁਰ ਸਾਹਿਬ ਤੱਕ ਪਸ਼ੂ ਪਾਲਣ ਵੀ ਨਾਲ ਚੱਲਦਾ, ਖੇਤੀ ਵੀ ਨਾਲ ਚੱਲਦੀ ਰਹੀ। ਸਾਰੀਆਂ ਪਾਤਸ਼ਾਹੀਆਂ ਨੇ ਇਹ ਡੇਅਰੀ ਨੂੰ ਅੱਗੇ ਰੱਖਿਆ। ਸਾਡੇ ਵਾਸਤੇ ਸਾਨੂੰ ਸਿਖਾਇਆ ਵੀ ਅਸੀਂ ਇਹਨੂੰ ਧਰਮ ਦੇ ਲਹਿਜੇ ਦੇ ਨਾਲ, ਪੂਜਾ ਦੇ ਲਹਿਜੇ ਦੇ ਨਾਲ ਕਰਦੇ ਹਾਂ। ਸਾਨੂੰ ਇਹ 'ਚੋਂ ਮੁਨਾਫਾ ਵੀ ਬਹੁਤ ਵਧੀਆ ਹੁੰਦਾ। ਲੇਬਰ ਵੀ ਅਸੀਂ ਕੋਈ ਪਾਸਿਓਂ ਨਹੀਂ, ਅਸੀਂ ਆਪ ਹੀ ਸਾਰੇ ਪਰਿਵਾਰ ਦੇ ਜੀ, 2 ਮੇਰੇ ਬੇਟੇ ਹੈ, 2 ਛੋਟੇ ਵੀਰ ਗੁਰਦੇਵ ਸਿੰਘ ਦੇ ਬੇਟੇ, ਅਸੀਂ 6 ਆਦਮੀ ਲੇਡੀ ਸਮੇਤ ਅਸੀਂ ਵੈਲਿਊ ਐਡੀਸ਼ਨ ਦਾ ਕੰਮ ਕਰਦੇ ਹਾਂ। ਸਹਾਇਕ ਧੰਦੇ ਦੇ ਵਿੱਚੋਂ ਇੱਕ ਧੰਦਾ ਆਪਾਂ ਜਿੱਥੇ ਖੜ੍ਹੇ ਹਾਂ ਇੱਥੇ ਬੀ ਕੀਪਿੰਗ ਦਾ ਧੰਦਾ ਹੈ, ਜੋ ਅਸੀਂ ਕਹਿ ਲਈਏ ਕਿ ਇਹਦੀ ਜੋ ਮੈਨੂਫੈਕਚਰਿੰਗ ਹੈ ਡੱਬਿਆਂ ਦੀ, ਇਹ ਵੀ ਘਰੇ ਹੀ ਕੀਤੀ ਹੈ। ਇਹਦੇ ਜੋ ਫਰੇਮਸ ਬਣਾਏ ਹਨ ਉਹ ਅਸੀਂ ਆਪ ਹੀ ਆਪਣੇ ਹੀ ਪੈਦਾ ਕੀਤੇ ਹੋਏ ਹੱਥਾਂ ਨਾਲ, ਤਾਂ ਕਿ ਇਹ 'ਤੇ ਖਰਚਾ ਨਾ ਕੀਤਾ ਜਾਵੇ। ਕਈ ਵਾਰ 150 ਬਕਸਾ ਵੀ ਅਸੀਂ ਬਣਾ ਲੈਂਦੇ ਹਾਂ, ਕਿਤੇ 100 ਵੀ ਰਹਿ ਜਾਂਦਾ, ਕਿਤੇ 80 ਵੀ ਰਹਿ ਜਾਂਦੇ ਆ।
ਇਹਨਾਂ ਦੇ ਉਤੋਂ ਅਸੀਂ ਆਪ ਸਾਰਾ ਪਰਿਵਾਰ ਰਲ ਕੇ ਅਸੀਂ ਸ਼ਹਿਦ ਕੱਢਦੇ ਹਾਂ। ਉਹ ਜਿਹੜਾ ਸ਼ਹਿਦ ਕੱਢਦੇ ਹਾਂ ਅਸੀਂ ਕਿਤੇ ਥੋਕ ਤੇ ਨਹੀਂ ਵੇਚਦੇ ਜੀ, ਹੋਲਸੇਲ ਤੇ ਨਹੀਂ ਵੇਚਦੇ, ਅਸੀਂ ਉਸ ਨੂੰ ਪੈਕਿੰਗ ਕਰਕੇ ਆਪਣੇ ਘਰੋਂ ਹੀ ਵੇਚਦੇ ਹਾਂ। ਇੱਥੋਂ ਤੱਕ ਹੁੰਦਾ ਵਾ ਕਿ ਅਸੀਂ ਸਪਲਾਈ ਪੂਰੀ ਕਰ ਹੀ ਨਹੀਂ ਸਕਦੇ, ਡਿਮਾਂਡ ਬਹੁਤ ਜ਼ਿਆਦਾ ਹੈ ਤੇ ਉਹ ਡਿਮਾਂਡ ਅਸੀਂ ਪੂਰੀ ਨਹੀਂ ਕਰ ਸਕਦੇ। ਸਪਲਾਈ ਸਾਡੇ ਕੋਲ ਲਿਮਟਿਡ ਹੈ ਤੇ ਬੜਾ ਸੌਖਾ ਵਾ। ਥੋੜ੍ਹੇ ਜਿਹੇ ਸਮੇਂ 'ਚ ਪਾਰਟ ਟਾਈਮ ਦੇ ਵਿੱਚ ਅਸੀਂ ਕੋਈ ਰੋਜ਼ ਨਹੀਂ ਇਹ 'ਤੇ ਕੰਮ ਕਰਨਾ ਪੈਂਦਾ। ਸਾਨੂੰ ਫੁੱਲਾਂ ਦੀਆਂ ਖੇਤੀਆਂ ਜੋ ਹਨ ਉਹਨਾਂ ਵਾਸਤੇ ਥੋੜ੍ਹਾ ਜਿਹਾ ਮਾਹੌਲ ਵੱਧ ਦਈਏ ਤੇ ਕਿਸਾਨਾਂ ਨੂੰ ਇਹ ਵੀ ਗਾਈਡ ਕਰੀਏ ਕਿ ਇਹਦੀ ਜੋ ਕਿਸੇ ਵੀ ਫਸਲ ਦੀ ਫਲਾਵਰਿੰਗ ਹੈ ਉਹ ਇਹਦੇ ਰੀਪੋਲੀਨੇਸ਼ਨ ਸਿਸਟਮ ਦੇ ਮਾਧਿਅਮ ਦੇ ਰਾਹੀਂ ਉਹਨਾਂ ਦਾ ਵੀ ਲਾਭ ਹੈ ਤੇ ਸਾਨੂੰ ਵੀ ਲਾਭ ਹੈ। ਹੋਰ ਇਹਨਾਂ ਤੋਂ ਡਿਸਿਪਲਿਨ ਸਿੱਖਣਾ, ਇਹਨਾਂ ਤੋਂ ਅਸੀਂ ਇਹ ਸਿੱਖ ਸਕਦੇ ਹਾਂ ਵੀ ਪਰਿਵਾਰ 'ਚ ਕਿਵੇਂ ਰਹਿਣਾ ਵਾ, ਸਿਕਿਉਰਿਟੀ ਕਿਵੇਂ ਰੱਖਣੀ ਹੈ ਤੇ ਕਿਵੇਂ ਹਰ ਫੁੱਲ 'ਚੋਂ ਸ਼ਹਿਦ ਮੱਖੀ ਪ੍ਰਾਪਤ ਕਰਦੀ ਹੈ, ਚਾਹੇ ਉਹ ਮਿਰਚਾਂ ਵੀ ਕਿਉਂ ਨਾ ਹੋਣ। ਕਿ ਅਸੀਂ ਵੀ ਇਹਨਾਂ ਸਿੱਖ ਕੇ ਅਸੀਂ ਹਰ ਇਨਸਾਨ ਦੇ ਵਿੱਚੋਂ ਉਹਦੀ ਕੁਦਰਤ ਦੀ ਕਾਇਨਾਤ ਦੇ ਵਿੱਚੋਂ ਅਸੀਂ ਵੀ ਗੁਣ ਇਕੱਠੇ ਕਰੀਏ ਸ਼ਹਿਦ ਵਾਂਗਰ ਜੀ, ਸਾਡੀ ਆਮਦਨ ਵੀ ਵਧੇ ਜੀ। ਇਨ ਫਿਊਚਰ ਅਸੀਂ ਇਸ ਧੰਦੇ ਨੂੰ ਬਹੁਤਾ ਵੀ ਵਧਾਵਾਂਗੇ, ਨਹੀਂ ਇੱਥੇ ਸਟੈਂਡ ਕਰਕੇ ਰੱਖਾਂਗੇ ਕਿਉਂਕਿ ਅਸੀਂ ਇਹਨੂੰ ਆਪਣੀ ਲੇਬਰ ਕਰਨੀ ਹੈ। ਅਸੀਂ ਬਾਹਰੋਂ ਬੰਦੇ ਲੇਬਰ ਵਾਸਤੇ ਘੱਟ ਲੈ ਕੇ ਆਉਂਦੇ ਆ ਤੇ ਅਸੀਂ ਇਹਨੂੰ ਇੱਥੇ ਸਟੈਂਡ ਬਾਈ ਕਰਾਂਗੇ ਕਿ ਇਹਦੇ ਵਿੱਚ ਹੀ ਬੈਨੀਫਿਟ ਰਵੇ, ਨਾ ਕਿ ਅਸੀਂ ਹੋਰ ਵਧਾ ਕੇ ਹੋਰ ਲੱਤਾਂ ਪਸਾਰ ਕੇ ਕੰਮ ਵਿੱਚ ਜ਼ਿਆਦਾ ਫਸ ਜਾਈਏ। ਵੱਧ ਦੁੱਧ ਲੈਣਾ ਅਸੀਂ ਪਸ਼ੂ ਤੋਂ ਚਾਹੁੰਦੇ ਨਹੀਂ ਹੈ, ਇਸ ਲਈ ਅਸੀਂ ਤੇ ਲਿਮਟਿਡ ਦੁੱਧ, ਮੱਝ 10 ਲੀਟਰ ਦੁੱਧ ਦੇ ਦੇ, ਗਾਂ 15 ਤੋਂ ਲੈ ਕੇ 20 ਲੀਟਰ ਦੁੱਧ ਦੇ ਦੇ। ਅਸੀਂ ਇਹਨੂੰ ਬੈਨੀਫਿਟ ਸਮਝਦੇ ਹਾਂ, ਵਧੀਆ ਗੱਲ ਸਮਝਦੇ ਹਾਂ, ਤਾਂ ਕਿ ਉਹਦੀ ਖੁਰਾਕ ਵੀ ਸਾਨੂੰ ਕੰਟਰੋਲ ਤਰੀਕੇ ਨਾਲ ਦਿੱਤੀ ਜਾਵੇ। ਜਿਹੜੀ ਮੱਝ ਜਾਂ ਗਾਂ ਵੱਧ ਦੁੱਧ ਦਿੰਦੀ ਆ ਉਸਨੂੰ ਖੁਰਾਕ ਵੀ ਵੱਧ ਦੇਣੀ ਪਊਗੀ, ਨਾਲ ਨਿਊਟ੍ਰੀਸ਼ਨ ਦੇਣੀ ਪਊਗੀ, ਨਾਲ ਲਿਵਰ ਦੇ ਟੌਨਿਕ ਦੇਣਗੇ ਪੈਣਗੇ। ਇਹੋ ਚੀਜ਼ਾਂ ਕਿਸੇ ਵਕਤ ਨਾ ਦਿੱਤੀਆਂ ਜਾਣ ਤੇ ਉਹਨਾਂ ਦਾ ਬੋਡੀ ਦਾ ਨੁਕਸਾਨ ਕਾਫੀ ਹੋ ਜਾਂਦਾ। ਇਸ ਲਈ ਅਸੀਂ ਚਾਹੁੰਦੇ ਨਹੀਂ ਆ ਕਿ ਬਹੁਤ ਵੱਧ ਗਾਂ ਦੁੱਧ ਤੇ ਬਹੁਤ ਵੱਧ ਮੱਝ ਗਾਂ ਦੁੱਧ ਦੇ। ਅਸੀਂ ਸਹਾਇਕ ਧੰਦੇ ਵਜੋਂ ਡੇਅਰੀ ਨੂੰ ਅਪਣਾਉਣ ਲਈ ਇਹ ਸਲਾਹ ਦੇਣੀ ਚਾਹੁੰਦੇ, ਪਹਿਲਾਂ ਇਹਦੇ 'ਤੇ ਪੂਰੀ ਆਪਣੀ ਨੌਲੇਜ ਲਈ ਜਾਵੇ, ਉਸ ਤੋਂ ਬਾਅਦ ਆਪਣੇ ਪਰਿਵਾਰ ਦੇ ਵਿੱਚ ਜਿਹੜੇ ਵੱਡੇ ਜਿਨ੍ਹਾਂ ਨੇ ਪਸ਼ੂ ਸੰਭਾਲਦੇ ਹੋਣ ਉਹਨਾਂ ਤੋਂ ਨਾਲ ਖੜ ਕੇ ਪਸ਼ੂ ਖਰੀਦੇ ਜਾਣ ਤਾਂ ਕਿ ਪਸ਼ੂ ਖਰੀਦਣ ਵਕਤ ਕੋਈ ਠੱਗੀ ਨਾ ਵੱਜੇ। ਦੈਨ ਆਫਟਰ ਉਹਨਾਂ ਨੂੰ ਇਸ ਤੋਂ ਬਾਅਦ ਉਹ ਡੇਅਰੀ ਦਾ ਧੰਦਾ ਸ਼ੁਰੂ ਕਰਨ ਤਾਂ ਹੀ ਉਹ ਬੈਨੀਫਿਟ 'ਚ ਰਹਿ ਸਕਦੇ। ਨਸਲ ਸੁਧਾਰ ਇੱਕ ਅਹਿਮ ਗੱਲ ਆ। ਨਸਲ ਸੁਧਾਰ ਪਸ਼ੂ ਰੱਖਣ ਦੇ ਲਈ, ਨਸਲ ਸੁਧਾਰ ਦੇ ਲਈ ਸਰਕਾਰ ਵੀ ਬਹੁਤ ਜ਼ੋਰ ਦੇ ਰਹੀ ਆ, ਪਰ ਸਾਨੂੰ ਖੁਦ ਵੀ ਇਹਦੇ ਵਿੱਚ ਖੁੱਲ੍ਹ ਕੇ ਆਉਣਾ ਪਊਗਾ। ਇਹ ਹੈ ਬਹੁਤ ਲੰਮੀ ਟਰਮ ਆ। ਅੱਜ ਅਸੀਂ ਮੱਝ ਨੂੰ ਕੋਈ ਸੀਮਨ ਭਰਾਉਣੇ ਜਾਂ ਕਿਸੇ ਸੰਗੇ ਸਾਹ ਦੇ ਕੋਲੇ ਕੱਢਦੇ 3 ਤੋਂ ਲੈ ਕੇ 4 ਸਾਲ ਬਾਅਦ ਰਿਜ਼ਲਟ ਆਊਗਾ। ਉਸ ਤੋਂ ਬਾਅਦ ਸਾਨੂੰ ਨਸਲ ਸੁਧਾਰ ਦੇ ਪਾਸੇ ਆਵਾਂਗੇ। ਇਹ ਹੈ ਤੇ ਪ੍ਰੋਸੈਸ ਬਹੁਤ ਲੰਮਾ ਵਾ, ਪਰ ਜੇ ਅੱਜ ਨਹੀਂ ਕਰਾਂਗੇ ਤਾਂ ਪਿੱਛੇ ਹੁੰਦਾ ਜਾਊਗਾ। ਇਸ ਲਈ ਸਾਨੂੰ ਨਸਲ ਸੁਧਾਰ ਦੇ ਪਾਸੇ ਬਹੁਤ ਜ਼ੋਰ ਦੇਣਾ ਚਾਹੀਦਾ। ਨੌਜਵਾਨ ਪੀੜ੍ਹੀ ਨੂੰ ਤੇ ਇਹੀ ਬੇਨਤੀ ਕਰਾਂਗੇ ਕਿ ਡੇਅਰੀ ਦੇ ਧੰਦੇ ਵੱਲ ਜਦੋਂ ਆਉਣਾ ਵਾ ਉਸ ਲਈ ਪਹਿਲਾਂ ਪੂਰੀ ਟ੍ਰੇਨਿੰਗ ਲਈ ਜਾਵੇ, ਫਿਰ ਡੇਅਰੀ ਦੇ ਧੰਦੇ ਵੱਲ ਆਉਣ, ਨਹੀਂ ਤਾਂ ਨਹੀਂ ਆਉਣ। ਫਿਰ ਇਸ ਦੇ ਵਿੱਚ ਇੰਨਾ ਜ਼ਿਆਦਾ ਲਾਭ ਨਹੀਂ ਕਮਾ ਸਕਦੇ ਕਿ ਦੁੱਧ ਵੇਚ ਕੇ ਬਹੁਤ ਵੱਡਾ ਲਾਭ ਕਮਾਵਾਂਗੇ। ਨਹੀਂ, ਛੋਟਾ ਮੋਟਾ ਪਰਿਵਾਰ ਦਾ ਖਰਚਾ ਚਲਾ ਸਕਦੇ ਹਾਂ। ਝੂਠ ਵਾਲੀ 'ਚ ਕੋਈ ਗੱਲ ਨਹੀਂ ਹੈ। ਜਿਹੜਾ ਬੜੇ ਫਾਰਮੂਲੇ ਦੱਸ ਦਿੰਦੇ ਆ 30 ਲੀਟਰ 40 ਲੀਟਰ ਗਾਂ ਦੁੱਧ ਦਿੰਦੀ, ਦੁੱਧ ਜ਼ਰੂਰ ਦੇ ਦਿੰਦੀ ਹੋਊਗੀ, ਪਰ ਇਸ ਲਈ ਉਹਦੇ ਖਰਚੇ ਹੀ ਬਹੁਤ ਵੱਧ ਜਾਣਗੇ। ਉਹ ਬੈਨੀਫਿਟ ਉਹਨਾਂ ਕੀ ਆਊਗਾ ਜਿੰਨਾ ਕੁ ਸਧਾਰਨ ਪਸ਼ੂ ਨੂੰ ਸੰਭਾਲ ਕੇ ਆਉਂਦਾ। ਇਸ ਲਈ ਇਹ ਧੰਦੇ ਵਿੱਚ ਆਵੇ ਉਹ ਜੋ ਆਪਣੇ ਕੱਪੜੇ ਲਿਬੜਨੋਂ ਮਿਹਨਤ ਕਰਨੋਂ ਨਹੀਂ ਡਰਦਾ, ਦੂਜਾ ਬੰਦਾ ਡੇਅਰੀ ਧੰਦੇ ਵਿੱਚ ਨਾ ਹੋਵੇ। ਅਸੀਂ ਨਵੇਂ ਨੌਜਵਾਨਾਂ ਨੂੰ ਇਹ ਫਾਰਮੂਲਾ ਵੱਲ ਬਿਲਕੁਲ ਨਹੀਂ ਧਿਆਨ ਦੇਣ ਜੋ ਸਾਨੂੰ ਨੈੱਟ 'ਤੇ ਆ ਰਿਹਾ ਵੀ ਇੱਕ ਗਾਂ 30 ਲੀਟਰ ਦੁੱਧ ਦਿੰਦੀ ਹੈ, 10 ਗਾਵਾਂ ਵਾਲੀਆਂ ਤੇ 3 ਕੁਇੰਟਲ ਦੁੱਧ ਹੋਊਗਾ। 10 ਗਾਵਾਂ ਹੋਈਆਂ 3 ਕੁਇੰਟਲ ਦੁੱਧ ਸਿਰਫ 2 ਜਾਂ 3 ਮਹੀਨੇ ਹੋਊਗਾ। ਉਸ ਤੋਂ ਬਾਅਦ ਕੋਈ ਭੱਜ ਆਊਗੀ, ਕਿਸੇ ਵਕਤ ਕੋਈ ਇਹਦੇ ਵਿੱਚ ਖੜੀ ਨਹੀਂ ਹੋਊਗੀ। ਇਹ ਕਈ ਪ੍ਰੋਬਲਮਸ ਆਉਣੀਆਂ। ਕੁਝ ਬੱਚੇ ਦੁੱਧ ਪੀਣਗੇ, ਐਵਰੇਜ ਦੁੱਧ ਦੀ 1.5 ਕੁਇੰਟਲ ਤੋਂ ਲੈ ਕੇ 1.5 ਕੁਇੰਟਲ ਆਊਗੀ। ਇੱਕ ਵਾਰ ਸਾਰੀਆਂ ਹੀ ਭੱਜ ਜਾਣਗੀਆਂ। ਇਸ ਲਈ ਇਹ ਫਾਰਮੂਲਾ ਨਾ ਕੋਈ ਵਰਤੇ। ਚਾਰਾ ਇੱਕ ਪਸ਼ੂ ਤੋਂ ਦੁੱਧ ਦੇਣ ਵਾਲੇ 10 ਲੀਟਰ ਦੁੱਧ ਜਿਹੜੀ ਮੱਝ ਦਿੰਦੀ ਹੈ ਉਹਨੂੰ 35 ਤੋਂ ਲੈ ਕੇ 40 ਕਿਲੋ ਚਾਰਾ ਚਾਹੀਦਾ ਵਾ। ਇਹ ਜੇ ਆਪਾਂ ਇਸ ਤੋਂ ਘੱਟ ਦੇਵਾਂਗੇ ਤਾਂ ਵੀ ਉਹਦੀ ਬੈਨੀਫਿਟ ਨਹੀਂ ਹੋਊਗਾ। 10 ਲੀਟਰ ਵਾਲੀ ਦੁੱਧ ਮੱਝ ਨੂੰ ਘੱਟ ਤੋਂ ਘੱਟ 4 ਕਿਲੋ ਫੀਡ ਚਾਹੀਦੀ ਹੋਊਗੀ ਹਾਈ ਕੁਆਲਿਟੀ ਦੀ, ਉਹ 30 ਤੋਂ ਲੈ ਕੇ 35 ਰੁਪਏ ਕਿਲੋ ਬਣੂਗੀ। ਇਸ ਦੇ ਨਾਲ ਉਹ ਜਿਹੜੀ ਗਾਂ ਦੁੱਧ ਦੇਊਗੀ 20 ਲੀਟਰ ਤੋਂ ਪਲੱਸ, ਉਹ 10 ਕਿਲੋ ਵੰਡ ਖਾਏਗੀ ਤੇ ਪਸ਼ੂ ਉਹ ਵੀ 40 ਕਿਲੋ ਚਾਰਾ ਖਾਏਗੀ, 3 ਕਿਲੋ ਤੂੜੀ ਖਾਏਗੀ। ਇਹ ਸਭ ਕੁਝ ਜੇ ਆਪਾਂ ਕੈਲਕੂਲੇਟ ਕਰਾਂਗੇ ਦੁੱਧ ਦੇ ਵਿੱਚ ਇੰਨਾ ਬਹੁਤ ਵੱਡਾ ਬੈਨੀਫਿਟ ਨਹੀਂ ਹੋਊਗਾ, ਬਸ ਲਿਮਟਿਡ ਜੀ ਕਮਾਈ ਹੋਊਗੀ। ਫੀਡ ਅਸੀਂ ਘਰ ਦੀ ਬਣਾਉਂਦੇ ਆ, ਉਹ ਫਾਰਮੂਲਾ ਸਾਡਾ ਆਪਣਾ ਨਹੀਂ, ਯੂਨੀਵਰਸਿਟੀ ਦਾ ਹੈ। ਉਹਦੇ 30% ਅਨਾਜ ਪਾਉਂਦੇ ਆ, 30% ਇਹਦੇ ਵਿੱਚ ਪੋਲਾ ਪਦਾਰਥ ਪਾਉਂਦੇ, ਜਿੱਦਾਂ ਕਿ ਰਾਈਸ ਪਾਲਿਸ਼ ਹੋ ਗਈ, ਰਾਈਸ ਪਾਲਿਸ਼ ਅਸੀਂ ਪਾਉਂਦੇ ਨਹੀਂ, ਚੌਕਰੀ ਪਾਉਂਦੇ ਆ। ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਇਹ 20% ਹੈਗੀ ਆ ਆਪਾਂ ਪ੍ਰੋਟੀਨ ਵਾਲੀ ਡਾਈਟ ਪਾਵਾਂਗੇ, ਜਿੱਦਾਂ ਕਿ ਸਰੋਂ ਆ ਜਾਂ ਵੜੇਵੇਂ ਹੈਗੇ। ਉਸ ਤੋਂ ਬਾਅਦ ਅਸੀਂ 10% ਚੌਕਰ ਪਾਵਾਂਗੇ। ਉਸ ਤੋਂ ਬਾਅਦ 5 ਕਿਲੋ ਇਹਦੇ ਵਿੱਚ ਸੀਰਾ, 3 ਕਿਲੋ ਲੂਣ, 1.5 ਕਿਲੋ ਮਿਨਰਲ ਮਿਕਸਚਰ, ਅੱਧਾ ਕਿਲੋ ਮਿੱਠਾ ਸੋਡਾ। ਇਸ ਤੋਂ ਬਾਅਦ ਕੁਇੰਟਲ ਫੀਡ ਤਿਆਰ ਹੋ ਜਾਊਗੀ। ਡੇਅਰੀ ਦਾ ਇਹ ਡੇਅਰੀ ਦੇ ਵਿੱਚ ਫੀਡ ਦਾ ਫਾਰਮੂਲਾ ਹੈ, ਸਰਕਾਰੀ ਫਾਰਮੂਲਾ, ਯੂਨੀਵਰਸਿਟੀ ਵੱਲੋਂ ਮਾਨਤਾ ਪ੍ਰਾਪਤ। ਡੇਅਰੀ ਦੇ ਕਿੱਤੇ ਦੇ ਵੱਲ ਸਾਨੂੰ ਸਾਰੇ ਨੌਜਵਾਨਾਂ ਨੂੰ ਧਿਆਨ ਦੇਣਾ ਚਾਹੀਦਾ ਵਾ, ਕਿਉਂਕਿ ਇਹ ਤੋਂ ਨਿਰਾ ਦੁੱਧ ਦੀ ਪੈਦਾਵਾਰ ਨਹੀਂ ਵੱਧਦੀ। ਇੱਕ ਸਾਡਾ ਪੁਰਾਣਾ ਵਿਰਾਸਤੀ ਇੱਕ ਸਾਡਾ ਧੰਦਾ ਵਾ। ਇਹਦੇ ਵਿੱਚੋਂ ਕਈ ਕਿਸਮ ਦੀ ਸਾਨੂੰ ਚੀਜ਼ਾਂ ਮਿਲਦੀਆਂ ਵਾ, ਜਿੱਦਾਂ ਕਿ ਦੁੱਧ ਮਿਲੂਗਾ ਸਾਡੇ ਪਰਿਵਾਰ ਨੂੰ ਵਰਤਣ ਵਾਸਤੇ, ਉਤੋਂ ਸਾਨੂੰ ਦੁੱਧ ਵੇਚਾਂਗੇ ਤੇ ਗੁਜ਼ਾਰਾ ਹੋਊਗਾ। ਉਸ ਤੋਂ ਬਾਅਦ ਜੇ ਕੋਈ ਕੱਟੀ ਜਾਂ ਵੱਛੀ ਪਾਲਾਂਗੇ ਸੋਹਣੀ, ਉਸ ਤੋਂ ਬਾਅਦ ਜਾਂ ਕੱਟਾ ਜਾਂ ਕੋਈ ਇਸ ਪਸ਼ੂ ਪਾਲਾਂਗੇ ਤੇ ਉਸ ਤੋਂ ਵੀ ਵੇਚ ਕੇ ਸਾਨੂੰ ਮੁਨਾਫਾ ਹੋ ਸਕਦਾ ਵਾ, ਸਾਨੂੰ ਰੂੜੀ ਮਿਲ ਸਕਦੀ ਆ। ਇਹ ਕਈ ਕਿਸਮ ਦੇ ਸਾਨੂੰ ਜੇ ਬਾਇਓਗੈਸ ਪਲਾਂਟ ਲਾਵਾਂਗੇ ਸਾਨੂੰ ਗੈਸ ਮਿਲੂਗੀ। ਇਹਦੇ ਵਿੱਚ ਕਈਆਂ ਜਾਨਵਰੀਆਂ ਵੀ ਸਾਨੂੰ
ਫਾਇਦੇ ਹੋਣਗੇ ਡੇਅਰੀ ਦਾ ਧੰਦਾ ਕਰਨ ਦੇ ਲਈ। ਇਸ ਲਈ ਇਹਨੂੰ ਬਹੁਤ ਵੱਡੇ ਮੁਨਾਫੇ ਵਜੋਂ ਨਹੀਂ ਕਰਨਾ ਚਾਹੀਦਾ, ਇੱਕ ਸਿੰਪਲ ਢੰਗ ਨਾਲ ਕਰਨਾ ਚਾਹੀਦਾ ਵੀ ਕਰਦੇ ਫਿਰਦੇ ਅਸੀਂ ਘਰ ਦੇ ਵਿੱਚ 2-4 ਪਸ਼ੂ ਰੱਖੀਏ ਤੇ ਉਹਨਾਂ ਦੀ ਸਾਂਭ ਸੰਭਾਲ ਕਰੀਏ। ਇਹ ਇੱਕ ਸੇਵਾ ਵੀ ਹੈ। ਜੋ ਸਾਡਾ ਮੁੱਖ ਕਿੱਤਾ ਡੇਅਰੀ ਹੈ, ਇਸ ਦੇ ਜੋ ਪ੍ਰੋਡਕਟਸ ਹਨ, ਅਸੀਂ ਦੁੱਧ ਨਹੀਂ ਵੇਚਦੇ, ਅਸੀਂ ਇਹਦਾ ਪ੍ਰੋਡਕਟ ਬਣਾ ਕੇ ਵੈਲਿਊਏਸ਼ਨ ਕਰਕੇ ਵੇਚਦੇ ਹਾਂ। ਸਾਨੂੰ ਕਿਤੇ ਬਹੁਤਾ ਦੂਰ ਲੈ ਕੇ ਨਹੀਂ ਜਾਣੇ ਪੈਂਦੇ, ਚਾਹੇ ਆਰੰਭਕ ਦੇ ਵਿੱਚ ਸਾਨੂੰ ਲੈ ਕੇ ਜਾਣੇ ਵੀ ਪੈਂਦੇ ਸਨ, ਪਰ ਹੁਣ ਸਾਡੀ ਕੋਈ ਦੁਕਾਨ ਨਹੀਂ ਹੈ, ਸਾਡਾ ਘਰੋਂ ਹੀ ਸਾਡੀ ਸੇਲ ਹੋ ਜਾਂਦੀ ਹੈ। ਉਸੇ ਤਰ੍ਹਾਂ ਜੋ ਸਾਡੀਆਂ ਖੇਤੀ ਦੀਆਂ ਉਪਜਾਂ ਹਨ, ਜੋ ਕਣਕ ਝੋਨਾ ਹੈ, ਉਹ MSP ਦੇ ਉੱਤੇ ਜਿਹੜੀਆਂ ਫਸਲਾਂ ਵਿਕਦੀਆਂ ਅਸੀਂ ਆਮ ਕਿਸਾਨਾਂ ਵਾਂਗੂ ਮੰਡੀ ਦੇ ਵਿੱਚ ਹੀ ਰੱਖ ਕੇ ਵੇਚਦੇ ਹਾਂ, ਵਿਕ ਜਾਂਦੀਆਂ। ਜੋ ਉਹਨਾਂ ਨੂੰ ਅਸੀਂ ਕਟਾਈ ਉਹਦੀ ਹਾਰਵੈਸਟਿੰਗ ਠੀਕ ਸਮੇਂ 'ਤੇ ਕਰੀਏ, ਸਾਨੂੰ ਕੋਈ ਅਸੀਂ ਮੁਸ਼ਕਲ ਨਹੀਂ ਅਨੁਭਵ ਕਰ, ਸਾਨੂੰ ਸੰਤੁਸ਼ਟ ਹੈ ਇਸ ਚੀਜ਼ ਦੇ ਤੋਂ। ਪੇਮੈਂਟ ਵੀ ਅਕਾਊਂਟਸ 'ਚ ਆ ਜਾਂਦੀਆਂ, ਹੋਰ ਵਧੀਆ ਗੱਲ ਲੱਗਦੀ ਜੀ। ਕਿਸਾਨ ਵੀਰਾਂ ਨੂੰ ਮੈਂ ਸਲਾਹ ਦੇਣੀ ਚਾਹੂੰਗਾ ਕਿ ਮੈਂ ਕਿਸੇ ਨੂੰ ਗਾਈਡ ਨਹੀਂ ਕਰਦਾ, ਮੈਂ ਕਿਸੇ ਦਾ ਟੀਚਰ ਨਹੀਂ ਹਾਂ, ਮੈਂ ਸਟੂਡੈਂਟ ਹਾਂ। ਅੱਜ ਵੀ ਮੈਂ ਜਦੋਂ ICR ਦੀਆਂ ਜਾਂ PHU ਦੀਆਂ ਕਲਾਸਾਂ ਲੱਗਦੀਆਂ, ਮੈਂ ਥੱਲੇ ਬਹਿ ਕੇ ਉਹਨਾਂ ਦੇ ਲੈਕਚਰ ਸੁਣਦਾ ਵਾਂ। ਤੁਸੀਂ ਵੀ ਮੇਰੇ ਨਾਲ ਸਹਿਯੋਗ ਦੇਵੋ ਕਿ ਮੈਂ ਜੋ ਪ੍ਰੈਕਟਿਸ ਕੀਤੀ ਹੈ, ਹੋ ਸਕਦਾ ਉਹ ਤੋਂ ਤੁਸੀਂ ਲਾਭ ਲੈ ਸਕੋ। ਕਿ ਅਸੀਂ ਪਹਿਲੀ ਗੱਲ ਸਮਾਜ ਦੇ ਢਹਿ ਚੜ੍ਹ ਕੇ ਜੋ ਸਾਨੂੰ ਸਮਾਜ ਕਰਨ ਵਾਸਤੇ ਕਹਿੰਦਾ, ਉਹ ਤੋਂ ਸੁਚੇਤ ਰਹੀਏ ਕਿ ਸਾਨੂੰ ਗੁਰੂ ਕੀ ਕਹਿੰਦਾ ਸੀ ਉਹ ਕਰੀਏ। ਉਹਦੇ ਤਹਿਤ ਅਸੀਂ ਆਪਣੀ ਆਮਦਨ ਵੇਖ ਕੇ ਖਰਚ ਕਰੀਏ। ਰਹਿਣ ਸਹਿਣ ਸਾਡੇ ਜੋ ਦਿਨ ਤਿਉਹਾਰ ਹਨ, ਉਹ ਅਸੀਂ ਆਪਣੀ ਆਮਦਨ ਦੇ ਮੁਤਾਬਕ ਹੀ ਆਪਣੇ ਮਨਾਈਏ। ਆਮਦਨ ਵਧਾਉਣੀ ਬਹੁਤ ਔਖੀ ਹੈ, ਇਸ ਨੂੰ ਘੱਟ ਖਰਚ ਕਰਕੇ ਬਚਤ ਵਧਾਉਣੀ ਬਹੁਤ ਸੌਖੀ, ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਹੀ ਹੋ ਸਕਦੀ ਹੈ। ਸੋ ਮੈਂ ਇਹ ਗੱਲ ਕਹੂੰਗਾ ਕਿ ਫਸਲਾਂ ਦੀ ਰਹਿੰਦ ਖੂੰਹਦ ਨੂੰ ਨਾ ਸਾੜੀਏ, ਇਹਨੂੰ ਜ਼ਮੀਨ ਵਿੱਚ ਗਾਲਣ ਦੇ ਨਾਲ ਸਾਡਾ ਜੋ ਜੈਵਿਕ ਕਾਰਬਨ ਲੈਵਲ ਹੈ, ਜਿਉਂ-ਜਿਉਂ ਇਹ ਉੱਚਾ ਹੁੰਦਾ ਜਾਊਗਾ, ਸਾਡੀਆਂ ਰਸਾਇਣਕ ਖਾਦਾਂ ਦੀ ਵਰਤੋਂ ਘਟਦੀ ਜਾਊਗੀ, ਫਿਰ ਸਾਡੀ ਜ਼ਹਿਰਾਂ ਦੀ ਖਾਦ ਘਟਦੀ ਜਾਊਗੀ। ਸਾਡੇ ਪ੍ਰੋਡਕਟ ਹੋਣਗੇ ਜਿਹੜੇ ਉਹ ਅੰਤਰਰਾਸ਼ਟਰੀ ਮਾਰਕੀਟ ਦੇ ਵਿੱਚ, ਜੋ ਮੇਰੀ ਭਾਵਨਾ ਵਾ ਵੀ ਬਾਸਮਤੀ ਦਾ ਇਹ ਏਰੀਆ ਸੰਵਿਧਾਨਕ ਏਰੀਆ ਹੈ, ਸਾਡੀ ਜ਼ਮੀਨ ਦੀ ਜਿਹੜੀ ਉਹ ਜੈਵਿਕ ਕਾਰਬਨ ਦੀ ਮਾਤਰਾ ਵਧੂਗੀ, ਉਪਜਾਊ ਜ਼ਮੀਨ ਦੇ ਵਿੱਚ ਹੀ ਉਹ ਚੌਲ ਜਿਹੜੇ ਆ ਉਹ ਅਸੀਂ ਕੰਪੀਟ ਕਰ ਸਕਦੇ ਹਾਂ। ਚਾਹੇ ਪੰਜਾਬ ਦਾ ਏਰੀਆ ਦੁਨੀਆ ਦਾ ਜੋ ਡੈਂਸਿਟੀ ਹੈ ਐਗਰੀਕਲਚਰ, ਇਸ ਦੀ ਘਣਤਾ ਖੇਤੀ, ਸੰਘਣੀ ਖੇਤੀ ਦੇ ਵਿੱਚ ਕੰਮ ਕਰਦੀ, ਇੱਥੋਂ ਦਾ ਝਾੜ ਦੁਨੀਆ ਸਭ ਤੋਂ ਜ਼ਿਆਦਾ ਹੈ। ਕੁਆਲਿਟੀ ਜਿਹੜੀ ਆ ਉਹ ਇੰਪਰੂਵ ਕਰਨੀ ਪਊਗੀ ਆਉਣ ਵਾਲੇ ਸਮੇਂ ਦੇ ਵਿੱਚ। ਕੁਆਲਿਟੀ 'ਤੇ ਸਾਰੀ ਦੁਨੀਆ ਜ਼ੋਰ ਦੇ ਰਹੀ ਹੈ। ਸੋ ਸਾਰੇ ਮੇਰੇ ਕਿਸਾਨ ਵੀਰਾਂ ਨੂੰ ਮੈਂ ਇਹ ਬੇਨਤੀ ਕਰੂੰਗਾ ਕਿ ਫਸਲਾਂ ਦੀ ਰਹਿੰਦ ਖੂੰਹਦ ਨੂੰ ਨਾ ਸਾੜੀਏ, ਜ਼ਮੀਨ ਨੂੰ ਜ਼ਿਆਦਾ ਵਾਹੁਣ ਤੋਂ ਪਰਹੇਜ਼ ਕਰੀਏ। ਕਿਸ ਤਰ੍ਹਾਂ ਵੀ ਹੋਵੇ, ਜੇ ਅਸੀਂ ਕੁਝ ਰਿਪੋਰਟਸ ਚੰਗੀਆਂ ਦੁਨੀਆ ਨੂੰ ਵਿਖਾ ਸਕਾਂਗੇ, ਜਿੱਥੇ ਗੁਰੂ ਨਾਨਕ ਦੇਵ ਜੀ ਨੂੰ ਵਾਹ ਵਾਹ ਕਹਿਣੀ ਹੈ, ਉਹ ਵਾਹ ਵਾਹ ਕਹਿਣ ਵਾਲਿਆਂ ਨੂੰ ਵੀ ਦੁਨੀਆ ਵਾਹ ਵਾਹ ਕਹੂਗੀ ਵੀ ਉਹਦੇ ਸਿੱਖ ਕਿੱਡੇ ਵਧੀਆ ਵਾ, ਗੁਰੂ ਕਿੱਡਾ ਵੱਡਾ ਹੋਊਗਾ ਇਹਨਾਂ ਲੋਕਾਂ ਦਾ, ਜਿਨ੍ਹਾਂ ਨੇ ਦੁਨੀਆ ਦੇ ਵਿੱਚ ਉਹ ਕੰਮ ਕੀਤੇ ਹੈ ਜਿਹੜੇ ਅਸੰਭਵ ਸਨ ਜੀ। ਮੇਰੀ ਜ਼ਿੰਦਗੀ ਦੇ ਵਿੱਚ ਇੱਕ ਇਤਿਹਾਸਕ ਇੱਕ ਇਨਸੀਡੈਂਟ ਬਣ ਗਿਆ ਇੱਕ ਵਿਸ਼ਾ। ਮਨ ਕੀ ਬਾਤ ਦੀ ਜੋ ਇੱਕ ਮੈਂ ਘਟਨਾ ਹੀ ਸਮਝੂੰਗਾ ਜ਼ਿੰਦਗੀ ਵਿੱਚ ਘਟੀ, ਕਿ ਅਸੀਂ ਵਾਤਾਵਰਨ ਨੂੰ ਬਚਾਉਣ ਲਈ, ਧਰਮ ਦੀ ਸੇਧ ਲਈ, ਗੁਰਬਾਣੀ ਦੀ ਸੇਧ ਲਈ ਉਹਨੂੰ ਪ੍ਰੈਕਟਿਸ ਕੀਤਾ। ਸਮਾਜ ਨੂੰ ਅਸੀਂ ਇਸ ਦਿਸ਼ਾ ਵਿੱਚ ਲੈ ਕੇ ਜਾਣਾ ਚਾਹੁੰਦੇ, ਜੋ ਦਿਸ਼ਾ ਗੁਰੂ ਸਾਹਿਬ ਜੀ ਨੇ ਪ੍ਰਦਾਨ ਕੀਤੀ। ਪ੍ਰਧਾਨ ਮੰਤਰੀ ਸਾਹਿਬ ਤੱਕ ਮਨ ਕੀ ਬਾਤ ਦੇ ਵਿੱਚ ਸ਼ਾਮਲ ਹੋਣਾ ਮੇਰੇ ਵਾਸਤੇ ਇੱਕ ਬਹੁਤ ਵੱਡਾ ਸੁਭਾਗ ਹੈ ਕਿ ਉਸ ਮਨ ਕੀ ਬਾਤ ਦੇ ਪ੍ਰੋਗਰਾਮ ਦੇ ਵਿੱਚ ਆਉਣ ਦੇ ਨਾਲ ਹਰੇਕ ਆਦਮੀ ਮੈਨੂੰ ਇੱਕ ਵੱਖਰੇ ਦ੍ਰਿਸ਼ਟੀਕੋਣ ਨਾਲ ਵੇਖਣ ਲੱਗ ਗਿਆ। ਉਸ ਮਿਸ਼ਨ ਦੇ ਵਿੱਚ, ਉਸ ਕੜੀ ਦੇ ਵਿੱਚ ਆਉਣ ਦੇ ਨਾਲ ਹਰੇਕ ਆਦਮੀ ਚਾਹੁੰਦਾ ਵਾ ਵੀ ਮੈਂ ਵੀ ਦੇਖਾਂ, ਜੇ ਪ੍ਰਧਾਨ ਮੰਤਰੀ ਸਾਹਿਬ ਨੇ ਸਾਰੀ ਦੁਨੀਆ ਦੇ ਵਿੱਚ ਸਪਰੈਡ ਕੀਤਾ ਤੇ ਭਲਾ ਦੇਖੀਏ ਕੰਟੈਂਟ ਕੀ ਪੇਸ਼ ਕਰਦਾ ਇਹ ਆਦਮੀ। ਮਨ ਕੀ ਬਾਤ ਪ੍ਰੋਗਰਾਮ ਦੇ ਵਿੱਚ ਆਉਣ ਦੇ ਨਾਲ ਆਦਮੀ ਦਾ ਜੋ ਸੋਚ ਦਾ ਮੰਡਲ ਹੈ, ਉਹਦਾ ਲੈਵਲ ਕਿੰਨਾ ਵੱਧ ਜਾਂਦਾ। ਜੋ ਵੀ ਇਹਦੇ ਵਿੱਚੋਂ ਪ੍ਰਾਪਤ ਹੋਇਆ, ਮੈਂ ਉਹਦਾ ਰਿਗਾਰਡ ਵੀ ਗੁਰੂ ਸਾਹਿਬ ਦੇ ਹੀ ਰੱਖਿਆ ਵੀ ਇਹ ਗੁਰੂ ਸਾਹਿਬ ਦਾ ਹੀ ਗਿਆਨ ਹੈ, ਮੇਰੀ ਇਹਦੇ ਵਿੱਚ ਕੋਈ ਪਾਇਆ ਨਹੀਂ ਹੈ, ਮੈਂ ਤੇ ਇੱਕ ਮਾਧਿਅਮ ਹੀ ਬਣਿਆ। ਤੇ ਮਨ ਕੀ ਬਾਤ ਪ੍ਰੋਗਰਾਮ ਦੇ ਵਿੱਚ ਆਉਣ ਮੈਂ ਪ੍ਰਧਾਨ ਮੰਤਰੀ ਸਾਹਿਬ ਦਾ ਬਹੁਤ ਤਹਿ ਦਿਲੋਂ ਧੰਨਵਾਦੀ ਵੀ ਹਾਂ। ਜੋ ਮੈਂ ਪ੍ਰੈਕਟਿਸ ਕੀਤਾ, ਮੈਂ ਬਹੁਤ ਵਾਰ ਵੇਖਿਆ ਉਹ ਵਿਜ਼ਨ ਪ੍ਰਧਾਨ ਮੰਤਰੀ ਸਾਹਿਬ ਜਦੋਂ ਬੋਲਦੇ ਆ, ਤੇ ਮੈਂ ਝੱਟ ਪਛਾਣ ਲੈਂਦਾ ਵਾਂ ਵੀ ਇਹ ਜਿਹੜੀ ਆਪਣੇ ਘਰ ਦੀ ਗੱਲ ਕੀਤੀ ਕਿ ਪ੍ਰਧਾਨ ਮੰਤਰੀ ਸਾਹਿਬ ਕਿੱਥੇ ਬੋਲ ਰਹੇ ਜੀ। ਝੋਨਾ, ਕਣਕ, ਚਾਰੇ ਵਰਗੀਆਂ ਫਸਲਾਂ ਦੀ ਖੇਤੀ ਕਰਨ ਵੇਲੇ ਇਹ ਕਿਸਾਨ ਹਮੇਸ਼ਾ ਕੁਦਰਤੀ ਵਸੀਲਿਆਂ ਦੀ ਬਿਹਤਰੀ ਅਤੇ ਇਹਨਾਂ ਦੀ ਸੰਯਮ ਨਾਲ ਵਰਤੋਂ ਕਰਨ ਲਈ ਵਿਸ਼ੇਸ਼ ਉਦਮ ਕਰਦਾ ਰਹਿੰਦਾ ਹੈ। ਅੱਜ ਸਾਨੂੰ ਸਫਲਤਾ ਦੀ ਕਸੌਟੀ ਤੇ ਖਰਾ ਉਤਰਨ ਲਈ ਕੁਝ ਅਜਿਹਾ ਹੀ ਨਿਵੇਕਲਾ ਉਪਰਾਲਾ ਕਰਨ ਦੀ ਲੋੜ ਹੈ। ਸਾਨੂੰ ਚਾਹੀਦਾ ਹੈ ਕਿ ਅਸੀਂ ਆਪਣੇ ਖੇਤੀ ਵਸੀਲਿਆਂ ਦੀ ਹੋਂਦ ਅਨੁਸਾਰ ਆਪਣੀ ਖੇਤੀ ਦੀ ਰੂਪ ਰੇਖਾ ਤਿਆਰ ਕਰੀਏ ਅਤੇ ਕੁਦਰਤੀ ਵਸੀਲਿਆਂ ਨਾਲ ਰਲਗੱਡ ਹੁੰਦੇ ਹੋਏ ਕਾਮਯਾਬ ਖੇਤੀਬਾੜੀ ਦੇ ਨਾਲ ਖੇਤੀ ਸਹਾਇਕ ਧੰਦੇ ਜ਼ਰੂਰ ਅਪਣਾਈਏ। ਇਸ ਕਿਸਾਨ ਦੀ ਤਰ੍ਹਾਂ ਆਪਣੀ ਖੇਤੀ ਅਤੇ ਸਹਾਇਕ ਧੰਦਿਆਂ ਦੀ ਪੈਦਾਵਾਰ ਤੋਂ ਪਦਾਰਥ ਬਣਾ ਕੇ ਉਹਨਾਂ ਦੀ ਵਿਕਰੀ ਕਰੀਏ ਤੇ ਚੰਗਾ ਮੁਨਾਫਾ ਕਮਾਈਏ।